ਟੋਰਿਸੈਲੀ ਐਕਸਪੈਰੀਮੈਂਟ। ਤੇ ਬੇਟਾ ਟੋਰਿਸੈਲੀ ਐਕਸਪੈਰੀਮੈਂਟ ਬੇਸਿਕਲੀ ਉਹਨੇ ਆਪਾਂ ਨੂੰ ਇਹ ਦੱਸਿਆ ਵਾ ਕਿ ਵੀ ਜੇ ਅਸੀਂ ਐਟਮੋਸਫੈਰਿਕ ਪ੍ਰੈਸ਼ਰ ਮੇਜਰ ਕਰਨਾ ਹੋਵੇ ਨਾ, ਤਾਂ ਅਸੀਂ ਐਟਮੋਸਫੈਰਿਕ ਪ੍ਰੈਸ਼ਰ ਨੂੰ ਮੇਜਰ ਕਰਨ ਵਾਸਤੇ ਜਿਹੜਾ ਆਪਰੇਟਸ ਯੂਜ਼ ਕਰਦੇ ਆ ਜਾਂ ਜਿਹੜਾ ਐਕਸਪੈਰੀਮੈਂਟ ਅਸੀਂ ਯੂਜ਼ ਕਰਦੇ ਆ ਉਹ ਟੋਰਿਸੈਲੀ ਐਕਸਪੈਰੀਮੈਂਟ ਆ। ਤੇ ਉਸ ਐਕਸਪੈਰੀਮੈਂਟ ਦੇ ਅੰਦਰ ਉਹਨੇ ਦੱਸਿਆ ਆਪਾਂ ਨੂੰ ਇਹ ਹੋਇਆ ਵਾ ਕਿ ਜੇ ਤੁਹਾਡੇ ਕੋਲ ਮੰਨ ਲਓ ਇੱਕ ਲੌਂਗ ਟਿਊਬ ਗਿਵਨ ਆ, ਉਸ ਐਕਸਪੈਰੀਮੈਂਟ ਦੇ ਵਿੱਚ ਸਿਰਫ ਥੋੜੀ ਜਿਹੀ ਕੰਡੀਸ਼ਨ ਸਮਝਣ ਵਾਲੀ ਆ ਮੰਨ ਲਓ ਮੇਰੇ ਕੋਲ ਇੱਕ ਲੌਂਗ 1 ਮੀਟਰ ਲੌਂਗ ਯਾਨੀ 100 ਸੈਂਟੀਮੀਟਰ ਲੌਂਗ ਇੱਕ ਟਿਊਬ ਗਿਵਨ ਆ, ਠੀਕ ਹੈ, ਗਲਾਸ ਟਿਊਬ ਆ ਗਈ, ਔਰ ਤੁਸੀਂ ਇਹਨੂੰ ਕੰਪਲੀਟਲੀ ਮਰਕਰੀ ਦੇ ਨਾਲ ਫਿਲ ਕਰ ਲਿਆ, ਠੀਕ ਹੈ, ਵਿਦ ਦਾ ਕੰਡੀਸ਼ਨ ਕਿ ਅਸੀਂ ਕਹਿੰਦੇ ਜੀ ਇਹਦੇ ਚ 에ਅਰ ਬਬਲਸ ਨਾ ਰਹਿਣ, ਠੀਕ ਹੈ, ਇਹ ਚ ਕੰਪਲੀਟ ਮਰਕਰੀ ਹੀ ਫਿਲ ਕੀਤੀ ਹੋਵੇ। ਤੇ ਜਦੋਂ ਇਹ ਚ ਮਰਕਰੀ ਕੰਪਲੀਟ ਫਿਲ ਕਰਕੇ, ਠੀਕ ਹੈ ਜੀ, ਤੁਸੀਂ ਇਹਨੂੰ ਕੀ ਕਰੋ ਕਿ ਨੀਚੇ ਤੁਹਾਡੇ ਕੋਲ ਇੱਕ ਮਰਕਰੀ ਟੱਬ ਹੋਏਗਾ, ਮਤਲਬ ਇੱਕ ਟੱਬ ਆ ਜਿਹਦੇ ਵਿੱਚ ਅਸੀਂ ਮਰਕਰੀ ਫਿਲ ਕੀਤੀ ਹੋਈ ਆ, ਤੇ ਇਸ ਕੰਟੇਨਰ ਦੇ ਅੰਦਰ ਜਦੋਂ ਮੈਂ ਇਸ ਕਹਿੰਦਾ ਜੀ ਐਸਐਚ ਟਿਊਬ ਨੂੰ ਜਿਹਦੇ ਅੰਦਰ 100 ਸੈਂਟੀਮੀਟਰ ਮਰਕਰੀ ਆ, ਇਹਨੂੰ ਮੈਂ ਐਸਐਚ ਇਸ ਵੇ ਨਾਲ ਇਨਵਰਟਡ ਕਰਕੇ ਇਸ ਟੱਬ ਦੇ ਅੰਦਰ ਜਦੋਂ ਕਹਿੰਦਾ ਜੀ ਸਲੋ ਬਾਈ ਸਲੋ ਇਹਨੂੰ ਮੈਂ ਰੱਖ ਦੇਣਾ, ਇਸ ਵੇ ਨਾਲ ਰੱਖਣਾ ਕਿ ਇਹਦੇ ਅੰਦਰ 에ਅਰ ਬਬਲ ਐਂਟਰ ਨਾ ਕਰ ਪਾਵੇ। ਜਦੋਂ ਇਹਨੂੰ ਮੈਂ ਇਹਦੇ ਅੰਦਰ ਰੱਖਿਆ ਤੇ ਵੀ ਅਬਜ਼ਰਵ ਇਹਦੇ ਵਿੱਚੋਂ ਮਰਕਰੀ ਜਿਹੜੀ ਆ ਉਹ ਡਾਊਨਵਰਡ ਫਾਲ ਕਰਨੀ ਸ਼ੁਰੂ ਹੋ ਗਈ। ਜਦੋਂ ਇਹਦੇ ਕ੍ਰਾਸ ਮਰਕਰੀ ਡਾਊਨਵਰਡ ਫਾਲ ਕਰਦੀ ਗਈ, ਇੱਕ ਲੈਵਲ ਤੇ ਜਾ ਕੇ ਮਰਕਰੀ ਦਾ ਫਾਲ ਕਰਨਾ ਬੰਦ ਹੋ ਗਿਆ। ਉਹ ਕਹਿੰਦਾ ਜੀ ਜਦੋਂ ਮਰਕਰੀ ਫਾਲ ਕਰਨੀ ਬੰਦ ਕੀਤੀ ਉਦੋਂ ਕੀ ਕਹਿੰਦਾ ਕੰਡੀਸ਼ਨ ਬਣੀ, ਉਹਨੂੰ ਅਸੀਂ ਐਸੇ ਜਿੱਦਾਂ ਡਿਫਾਈਨ ਕਰ ਦਿੱਤਾ ਕਿ ਜਦੋਂ ਮੇਰੇ ਕੋਲ ਇਸ ਕੰਟੇਨਰ ਦੇ ਅੰਦਰ ਜਦੋਂ ਮੇਰੇ ਕੋਲ ਇਸ ਕੰਟੇਨਰ ਦੇ ਅੰਦਰ ਤੁਸੀਂ ਆ ਇਨਵਰਟਡ ਫਾਰਮ ਦੇ ਅੰਦਰ, ਠੀਕ ਹੈ, ਮਰਕਰੀ ਟਿਊਬ ਨੂੰ ਰੱਖਦੇ ਪਏ ਹੋ, ਤੇ ਬੇਟਾ ਇੱਕ ਸਟੇਜ ਤੇ ਆ ਕੇ ਜਦੋਂ ਇਹਦੇ ਚੋਂ ਮਰਕਰੀ ਦਾ ਲੈਵਲ ਫਾਲ ਕਰਨਾ ਬੰਦ ਹੋਏਗਾ, ਹਨਾ, ਤੇ ਅਸੀਂ ਕਹਿੰਦੇ ਜੀ ਉਸ ਮੂਵਮੈਂਟ ਦੇ ਉੱਤੇ ਮੇਜਰ ਕਰੋ ਕਿ ਜਿੱਥੇ ਮਰਕਰੀ ਟਿਊਬ ਦੇ ਅੰਦਰ ਲਿਕੁਇਡ ਦਾ ਫਾਲ ਕਰਨਾ ਬੰਦ ਹੋ ਰਿਹਾ, ਇਹਦਾ ਮਤਲਬ ਇਹ ਹੋਇਆ ਉਸ ਮੂਵਮੈਂਟ ਤੇ ਜਾ ਕੇ ਜੇ ਤੁਸੀਂ ਇਹਨੂੰ ਥੋੜਾ ਜਿਹਾ ਟਿਲਟ ਵੀ ਕਰਦੇ ਹੋ, ਇਹਨੂੰ ਸਟ੍ਰੇਟ ਵੀ ਰੱਖਦੇ ਹੋ, ਇਵਨ ਦੈਨ ਫਰਦਰ ਮਰਕਰੀ ਦਾ ਲੈਵਲ ਜੇ ਚੇਂਜ ਨਹੀਂ ਹੋ ਰਿਹਾ, ਤੇ ਇਟ ਮੀਨਸ ਇਸ ਮੂਵਮੈਂਟ ਤੇ ਇਹਦੇ ਅੰਦਰ ਜਿਹੜੀ ਮਰਕਰੀ ਪ੍ਰੈਜ਼ੈਂਟ ਆ ਉਹਨੇ ਜਿਹੜਾ weight ਐਸ ਸੱਚ ਡਾਊਨਵਰਡ ਐਗਜ਼ਰਟ ਕਰਨਾ ਆ ਕ੍ਰਾਸ ਸੈਕਸ਼ਨਲ ਏਰੀਆ ਦੇ ਉੱਤੇ, ਯਾਨੀ ਟਿਊਬ ਦੇ ਇਸ ਕ੍ਰਾਸ ਸੈਕਸ਼ਨਲ ਏਰੀਆ ਦੇ ਉੱਤੇ ਜਿਹੜਾ ਆ ਮਰਕਰੀ ਪ੍ਰੈਸ਼ਰ ਪਾਏਗੀ, ਠੀਕ ਹੈ, ਯਾਨੀ ਫੋਰਸ ਲਗਾਏਗੀ, ਫੋਰਸ ਕਿੰਨੀ ਲੱਗੀ ਉਹ ਲਿਕੁਇਡ ਦਾ weight ਜਿਹੜਾ ਉਹ ਡਿਸਾਈਡ ਕਰੇਗਾ। ਆ ਇਹਦਾ ਕ੍ਰਾਸ ਸੈਕਸ਼ਨਲ ਏਰੀਆ ਆ ਗਿਆ ਤੇ ਪ੍ਰੈਸ਼ਰ ਦਾ ਫਾਰਮੂਲਾ ਆਪਣੇ ਕੋਲ ਆ ਗਿਆ ਫੋਰਸ ਬਾਈ ਏਰੀਆ। ਇਹਦਾ ਮਤਲਬ ਆ ਪੁਆਇੰਟ ਦੇ ਉੱਤੇ ਇਸ ਕ੍ਰਾਸ ਸੈਕਸ਼ਨਲ ਏਰੀਆ ਦੇ ਉੱਤੇ ਆ ਲਿਕੁਇਡ ਕਾਲਮ ਦੀ ਮਰਕਰੀ ਜਿਹੜੀ ਆ ਇਹ ਪ੍ਰੈਸ਼ਰ ਐਗਜ਼ਰਟ ਕਰ ਰਹੀ ਆ, ਤੇ ਜਦੋਂ ਇਹ ਪ੍ਰੈਸ਼ਰ ਐਗਜ਼ਰਟ ਕਰਦੀ ਪਈ ਆ ਤੇ ਇਸ ਤੋਂ ਬਾਹਰ ਜਿਹੜੀ 에ਅਰ ਹੋਏਗੀ that also put the pressure over the ਕਹਿੰਦਾ ਜੀ ਦਿਸ ਮਰਕਰੀ ਲਿਕੁਇਡ, ਯਾਨੀ ਜਿਹੜਾ ਕੰਟੇਨਰ ਚ ਮੇਰੇ ਕੋਲ ਮਰਕਰੀ ਆ ਹਨਾ ਇਹਦੇ ਉੱਤੇ 에ਅਰ ਪ੍ਰੈਸ਼ਰ ਪਾਉਂਦੀ ਪਈ, ਤੇ ਜਦੋਂ ਤੱਕ ਮੇਰੇ ਕੋਲ ਐਸ ਸੱਚ ਇਹਨਾਂ ਦੋਨਾਂ ਦੇ ਪ੍ਰੈਸ਼ਰ ਜਦੋਂ ਇਹਨੇ ਡਾਊਨਵਰਡ ਪੁੱਲ ਕੀਤਾ ਤੇ ਅਲਟੀਮੇਟਲੀ ਇਹਦੇ ਥਰੂ ਹੋ ਕੇ ਉਹ ਪ੍ਰੈਸ਼ਰ ਆ ਕ੍ਰਾਸ ਸੈਕਸ਼ਨਲ ਏਰੀਆ ਤੇ ਲਾਈ ਕਰਦਾ, ਤੇ ਜਦੋਂ ਇਸ ਕ੍ਰਾਸ ਸੈਕਸ਼ਨਲ ਏਰੀਆ ਤੇ ਪ੍ਰੈਸ਼ਰ ਜਿਹੜਾ ਵਾ ਉਹ 에ਅਰ ਦੇ ਯਾਨੀ ਐਟਮੋਸਫੈਰਿਕ 에ਅਰ ਦਾ ਲਾਈ ਕਰੇਗਾ, ਔਰ ਜਿਸ ਸਟੇਜ ਤੇ ਆ ਕੇ, ਠੀਕ ਹੈ ਜੀ, ਮੇਰੇ ਕੋਲ ਐਸ ਸੱਚ ਇਹ ਦੋ ਪ੍ਰੈਸ਼ਰ ਜਿਹੜੇ ਨੇ ਉਹ ਇਕੁਅਲਾਈਜ਼ ਹੋ ਜੂਗੇ। ਜਦੋਂ ਦੋਨੋਂ ਪਾਸੇ ਦੇ ਪ੍ਰੈਸ਼ਰ ਇਕੁਅਲਾਈਜ਼ ਹੋ ਜੂ ਯਾਨੀ ਇਕੁਇਲਿਬ੍ਰੀਅਮ ਆ ਜਾਏਗਾ, ਫਰਦਰ ਮਰਕਰੀ ਦਾ ਲਿਕੁਇਡ ਫਾਲ ਕਰਨਾ ਬੰਦ ਕਰ ਦੇਗਾ। ਤੇ ਇਹਦਾ ਮਤਲਬ ਇਹ ਹੋ ਗਿਆ ਇਸ ਮੂਵਮੈਂਟ ਤੇ ਜਿੰਨਾ 에ਅਰ ਨੇ ਪ੍ਰੈਸ਼ਰ ਇਥੋਂ ਡਾਊਨਵਰਡ ਇਸ ਸਾਈਡ ਦੇ ਥਰੂ ਆ ਕੇ ਇਸ ਕ੍ਰਾਸ ਸੈਕਸ਼ਨਲ ਏਰੀਆ ਦੇ ਉੱਤੇ ਅਪਵਰਡ ਡਾਇਰੈਕਸ਼ਨ ਚ ਲਗਾਇਆ, ਉਨਾ ਹੀ ਪ੍ਰੈਸ਼ਰ ਮੇਰੇ ਕੋਲ ਜਿਹੜਾ ਇਸ ਮਰਕਰੀ ਲਿਕੁਇਡ ਕਾਲਮ ਨੇ ਜਿਹੜਾ ਵਾ ਉਹ ਡਾਊਨਵਰਡ ਡਾਇਰੈਕਸ਼ਨ ਚ ਲਗਾਇਆ, ਤੇ ਅਲਟੀਮੇਟਲੀ ਇੱਕ ਸਟੇਜ ਤੇ ਆ ਕੇ ਜਦੋਂ ਇਹ ਦੋਨੋਂ ਬੈਲੈਂਸ ਹੋਏ ਆ ਤੇ ਅਸੀਂ ਕਹਿੰਦੇ ਜੀ ਇਸ ਵੇਲੇ ਫਿਰ 에ਅਰ ਦਾ ਪ੍ਰੈਸ਼ਰ ਸੇਮ ਓਨਾ ਹੋਏਗਾ ਜਿੰਨਾ ਮਰਕਰੀ ਕਾਲਮ ਦਾ ਐਸ ਸੱਚ ਇਸ ਟਿਊਬ ਦੇ ਅੰਦਰ ਹੈਗਾ, ਤੇ ਉਸ ਮੂਮੈਂਟ ਤੇ ਅਸੀਂ ਕਹਿੰਦੇ ਜੀ ਕਿ ਵੀ ਅਸੀਂ ਫਿਰ ਮਰਕਰੀ ਕਾਲਮ ਦੇ ਅੰਦਰ ਲਿਕੁਇਡ ਕਿੰਨਾ ਫਾਲ ਕੀਤਾ ਉਹਦੀ ਹੈਲਪ ਨਾਲ ਅਸੀਂ ਇਹ ਮੇਜਰ ਕਰ ਪਾ ਸਕਦੇ ਹਾਂ ਕਿ ਸਾਡੇ ਕੋਲ ਐਟਮੋਸਫੀਅਰ ਕਿੰਨਾ ਪ੍ਰੈਸ਼ਰ ਆਪਣਾ ਐਗਜ਼ਰਟ ਕਰਦਾ ਪਿਆ। ਉਹਦੇ ਨਾਲ ਡਿਫਾਈਨ ਕੀਤਾ ਕਿ ਜੇ ਇਹ ਮਰਕਰੀ ਕਾਲਮ 24 ਸੈਂਟੀਮੀਟਰ ਫਾਲ ਕਰਦਾ, ਜੇ ਇਹਦੇ ਚ ਮਰਕਰੀ ਕਾਲਮ ਜਿਹੜਾ ਵਾ ਉਹ ਆਪਣੀ ਐਸ ਸੱਚ ਤੋਂ ਇਸ 0 ਸੈਂਟੀਮੀਟਰ ਦੀ ਪੋਜੀਸ਼ਨ ਤੋਂ 24 ਸੈਂਟੀਮੀਟਰ ਡਾਊਨਫਾਲ ਕਰ ਜਾਂਦਾ, ਤੇ ਇਹਦਾ ਮਤਲਬ ਲੈਂਥ ਆਫ ਦਾ ਮਰਕਰੀ ਟਿਊਬ ਜਿਹੜੀ ਆ ਉਹ ਮੇਰੀ 76 ਸੈਂਟੀਮੀਟਰ ਜਦੋਂ ਬਚੀ, ਯਾਨੀ ਆ ਮੇਰੇ ਕੋਲ ਪੈਂਡਿੰਗ ਹਾਈਟ ਜਿਹੜੀ ਆ ਲਿਕੁਇਡ ਕਾਲਮ ਦੀ ਇਹ ਐਸ ਸੱਚ 76 ਸੈਂਟੀਮੀਟਰ ਜਦੋਂ ਆਏਗੀ, ਇਸ ਇਨਸਟੈਂਟ ਦੇ ਉੱਤੇ ਆ ਕੇ, ਠੀਕ ਹੈ ਜੀ, ਮੇਰੇ ਕੋਲ ਦੋ ਪ੍ਰੈਸ਼ਰ ਇਕੁਅਲ ਹੋਏ ਆ,
ਉੱਥੇ ਫਿਰ ਅਸੀਂ ਡਿਫਾਈਨ ਕਰ ਦਿੰਦੇ ਕਿ 76 ਸੈਂਟੀਮੀਟਰ ਮਰਕਰੀ ਕਾਲਮ ਨੇ ਜਿੰਨਾ ਪ੍ਰੈਸ਼ਰ ਬਣਾਇਆ ਉਹ ਇਸ ਵੇਲੇ 에ਅਰ ਦੇ ਕਹਿੰਦਾ ਜੀ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ। क्या आ कंडीशन समय लगी? Yes, sir. Yes, sir. Yes, sir. ठीक है जी। फिर उस बिहाफ ਦੇ ਉੱਤੇ ਅਸੀਂ ਇਹ ਕਹਿ ਦਿੰਦੇ ਕਿ ਜੀ ਜਿਹੜਾ ਸਾਡੇ ਕੋਲ ਐਟਮੋਸਫੇਰਿਕ ਪ੍ਰੈਸ਼ਰ ਹੈ P = H rho g, P = H rho g ਆਲਰੇਡੀ ਅਸੀਂ ਪਾਸਕਲ ਲਾਅ ਚ ਪੜ ਚੁੱਕੇ ਹਾਂ ਕਿ ਜੇ ਇਸ ਵੇਲੇ ਆ ਪ੍ਰੈਸ਼ਰ ਦੀ ਮੈਂ ਵੈਲਿਊ ਮੇਜਰ ਕਰਾਂ ਤੇ ਇਹ ਜਦੋਂ 1 ਐਟਮੋਸਫੇਰਿਕ ਪ੍ਰੈਸ਼ਰ ਅਸੀਂ ਇਹਨੂੰ ਡਿਫਾਈਨ ਕਰਾਂਗੇ ਉਸ ਮੂਮੈਂਟ ਤੇ ਮਰਕਰੀ ਕਾਲਮ ਦੀ ਹਾਈਟ ਜਿਹੜੀ ਆ ਉਹ 76 ਸੈਂਟੀਮੀਟਰ ਆਉਂਦੀ ਹੈ। ਸੋ 76 ਸੈਂਟੀਮੀਟਰ ਇਨਟੂ ਡੈਂਸਿਟੀ ਮੇਰੇ ਕੋਲ ਜਿਹੜੀ ਮਰਕਰੀ ਦੀ ਲੈਣੀ ਆ ਤੇ ਮਰਕਰੀ ਦੀ ਡੈਂਸਿਟੀ ਮੇਰੇ ਕੋਲ 13.6 ਗ੍ਰਾਮ ਪਰ ਸੈਂਟੀਮੀਟਰ ਕਿਊਬ ਆ ਜਾਏਗੀ ਇਨਟੂ ਜੀ ਦੀ ਵੈਲਿਊ ਮੇਰੇ ਕੋਲ 989 ਪਰ ਸੈਂਟੀਮੀਟਰ ਸਕੁਅਰ ਆ ਜਾਏਗੀ। ਠੀਕ ਹੈ, ਸਾਰੇ ਦੇ ਸਾਰੇ ਆਪਾਂ ਸੀਜੀਐਸ ਯੂਨਿਟ ਲਿਖੇ ਆ, ਐਸੇ ਹੀ ਕਰਨੇ ਤੇ ਸਾਰੇ ਐਸੇ ਹੀ ਬਣਾ ਦਿੰਦੇ। ਤੇ ਇਸ ਮੂਮੈਂਟ ਤੇ ਜਿਹਨੂੰ ਮੈਂ ਸੋਲਵ ਕਰਕੇ ਚੱਲਾਂ ਤੇ 1 ਐਟਮੋਸਫੇਰਿਕ ਪ੍ਰੈਸ਼ਰ ਦੀ ਵੈਲਿਊ ਅਸੀਂ ਇਤੋਂ ਫਿਰ ਡਿਫਾਈਨ ਕਰ ਦਿੰਦੇ ਕਿ ਜਿਹਨੂੰ ਸਿੱਧਾ ਲਿਖ ਦਵਾਂ 1.01 into 10 raised to power 5 न्यूटन पर मीटर स्क्वायर आ मेरे को प्रेशर दी वैल्यू बनती। क्या इन्नी गल समझ लगी? Yes, Yes, sir. sir. टॉरिसेली एक्सपेरिमेंट जिहदा डाउट सीगा क्या उन्हां नूं ये चीज क्लियर आ? Yes, sir. Yes, sir. चल Yes, sir. ਇਹਦੇ ਨਾਲ ਹੀ ਉਹਨੇ ਡਿਫਾਈਨ ਕੀਤਾ ਸੀਗਾ ਹਾਈਟ ਆਫ ਐਟਮੋਸਫੇਅਰ। ਹਾਈਟ ਆਫ ਐਟਮੋਸਫੇਅਰ ਚ ਅਸੀਂ ਸਿਰਫ ਇਹ ਦੱਸਦੇ ਬੇਟਾ ਕਿ ਵੀ ਜੇ ਅਸੀਂ ਐਟਮੋਸਫੇਅਰ ਦੀ ਹਾਈਟ ਮੇਜਰ ਕਰਨੀ ਵੀ ਸਾਡਾ ਐਟਮੋਸਫੇਅਰ ਕਿੱਥੇ ਤੱਕ ਐਕਸਟੈਂਡਡ ਹੈਗਾ ਉਹ ਕਹਿੰਦਾ ਜੀ ਐਸ ਚ ਅਸੀਂ ਇਹ ਇੱਕ ਅਜ਼ੰਪਸ਼ਨ ਉੱਚ ਲਗਾ ਕੇ ਚੱਲਾਂਗੇ ਕਿ ਵੀ ਆਪਣੇ ਕੋਲ ਜਿਹੜੀ ਡੈਂਸਿਟੀ ਆਫ 에ਅਰ ਹੋਏਗੀ ਉਸ ਲੈਵਲ ਤੱਕ ਯੂਨੀਫਾਰਮ ਹੋਏਗੀ। ਇਸੇ ਫਾਰਮੂਲੇ ਦੇ ਨਾਲ ਜੇ ਮੈਂ H ਲੱਭਾਂ ਹੂੰ मतलब जे मैं हाइट ऑफ एटमॉस्फेयर कटनी है तो P = H rho g वाले फार्मूले चो H दी वैल्यू कट दी है which is to be given by P by rho g। इथे मैं प्रेशर जेड़ा एयर एक्सर्ट करदी पई आ डेंसिटी जेड़ी एटमॉस्फेरिक एयर दी होएगी दैट रिमेन यूनिफॉर्म अप टू दैट एक्सटेंट जद कि प्रैक्टिकली तुहाडे कोल एस च डेंसिटी ऑफ एयर जेड़ी आ वो यूनिफॉर्म नहीं रहनी वो वेरी करनी है पर ਅਸੀਂ ਮੰਨਦੇ ਕਿ ਜਿੱਥੇ ਕਿ ਤੱਕ ਆਲਮੋਸਟ ਯੂਨੀਫਾਰਮ ਡੈਂਸਿਟੀ ਆ ਜੇ ਮੈਂ ਉੱਥੇ ਤੱਕ ਦੀ ਹਾਈਟ ਮੇਜਰ ਕਰਾਂ ਤੇ ਅਪਰੋਕਸੀਮੇਟਲੀ ਮੇਰੇ ਕੋਲ ਜਿਹੜੀ ਐਟਮੋਸਫੀਅਰ ਦੀ ਹਾਈਟ ਆ that is extendable up to the 8 ਕਿਲੋਮੀਟਰ ਜਦ ਕਿ ਪ੍ਰੈਕਟੀਕਲੀ ਅਸੀਂ ਜਿਹੜੀ ਐਸਐਚ ਹਾਈਟ ਆਫ ਐਟਮੋਸਫੀਅਰ ਕਹਿੰਦੇ ਆ that will be extended many more time as compared to the ਕਹਿੰਦਾ ਜੀ theoretical value। ਮਤਲਬ ਇਸ theoretical value ਨਾਲੋਂ ਜਿਹੜਾ ਪ੍ਰੈਕਟੀਕਲ ਐਟਮੋਸਫੇਰਿਕ ਹਾਈਟ ਆ ਉਹ ਚ ਸਾਡੀਆਂ ਡਿਫਰੈਂਟ ਐਟਮੋਸਫੇਰਿਕ ਲੇਅਰ ਆ ਜਾਂਦੀਆਂ। ठीक है, ट्रोपोस्फीयर, स्ट्रेटोस्फीयर, मीजोस्फीयर, आइनोस्फीयर ये सारियां डिफरेंट लेयर जड़ियां ने ये एटमॉस्फेरिक लेयर ਅਸੀਂ ਕੰਸੀਡਰ ਕਰਦੇ which will be extended up to 400 किलोमीटर। ठीक है, सो एक्सपेरिमेंटल ਆਪਾਂ ਜੇ ਲੈ ਕੇ ਚਲੀਏ ਤੇ ਜੇ ਥਿਓਰੈਟੀਕਲ ਕੈਲਕੂਲੇਟ ਕਰੀਏ ਇਹ ਤੋਂ ਥਿਓਰੈਟੀਕਲੀ 8 ਕਿਲੋਮੀਟਰ ਤੱਕ ਕਹਿੰਦਾ ਜੀ ਸਾਡੇ ਕੋਲ ਐਟਮੋਸਫੇਅਰ ਅਸੀਂ ਕੰਸੀਡਰ ਕਰਦੇ ਐਕਸਟੈਂਡ ਹੁੰਦਾ ਬਟ ਇਸ ਤੋਂ ਉੱਪਰ ਤੱਕ ਜੇ ਅਸੀਂ ਲਈਏ ਪ੍ਰੈਕਟੀਕਲੀ ਅਸੀਂ ਕਹਿੰਦੇ ਜੀ ਐਟਮੋਸਫੇਰਿਕ ਹਾਈਟ ਇਸ ਤੋਂ ਉੱਪਰ ਤੱਕ ਆ। इवन ਅਸੀਂ ਜਿਹੜਾ ਆਇਨੋਸਫੈਰਿਕ ਲੇਅਰ ਆ ਸਾਡੀ ਜਿਹੜੀ ਆਊਟਰ ਮੋਸਟ ਲੇਅਰ ਆ ਜਿਹੜੀ ਠੀਕ ਹੈ ਜੀ ਉਹਨੂੰ ਅਸੀਂ ਆਪਣੀ ਐਸਐਚ ਮੋਬਾਈਲ ਕਮਿਊਨੀਕੇਸ਼ਨ ਠੀਕ ਹੈ ਜਾਂ ਅਸੀਂ ਉਹਨੂੰ ਕਹਿੰਦਾ ਜੀ ਐਸਐਚ ਟੈਲੀਵਿਜ਼ਨ ਕਮਿਊਨੀਕੇਸ਼ਨ ਉਹਦੇ ਵਾਸਤੇ ਵੀ ਯੂਜ਼ ਕਰਦੇ ਆ। ਇਸ ਲਈ ਆਇਨੋਸਫੈਰਿਕ ਲੇਅਰ ਜਿਹੜੀ ਆ that will be extended from 65 ਕਿਲੋਮੀਟਰ to 400 ਕਿਲੋਮੀਟਰ। ਠੀਕ ਹੈ, ਸੋ ਇਥੋਂ ਸਿਰਫ ਮੈਥਮੈਟਿਕਲ ਐਟਮੋਸਫੈਰਿਕ ਹਾਈਟ ਨਿਕਲਦੀ ਆ एक्सपेरिमेंटल या प्रैक्टिकल हाइट इस तो कहना जी कितने ज्यादा रहेगी। क्या इना क्लियर है? Yes, sir. Yes, sir. Yes, sir. Yes, sir. चलो एक इस तो बाद टॉपिक सेगा ਤੁਹਾਡੇ ਕੋਲ ਇਹ ਜਿਹੜਾ ਪ੍ਰੈਸ਼ਰ ਡਿਫਰੈਂਸ ਵਾਲਾ ਕੀ ਨਾਮ ਸੀ ਉਹਦਾ ਮੇਜ਼ਰਮੈਂਟ ਆਫ ਪ੍ਰੈਸ਼ਰ ਡਿਫਰੈਂਸ ਉਹਨੂੰ ਹਜੇ ਛੱਡ ਰਿਹਾ। ਠੀਕ ਹੈ, ਬਾਕੀ ਇਹਨਾਂ ਵੀ ਜੇ ਪੜਿਆ ਨਹੀਂ ਤੇ ਇੱਕ ਵਾਰੀ ਪੜ ਲਓ। ਠੀਕ ਹੈ, ਉਹਦੀ ਫਿਗਰ ਬੇਸ ਤੋਂ ਉਹਨੂੰ ਸਮਝਾਉਂਗਾ। ਫਿਰ ਇੱਕ ਟੌਪਿਕ ਸੀਗਾ ਆਪਣੇ ਕੋਲ ਜਿਹੜਾ ਆਰਕੀਮੀਡੀਜ਼ ਪ੍ਰਿੰਸੀਪਲ ਪੜਿਆ। Yes, sir. Yes, sir. ਪਤਾ ਕੀ ਬੋਲਣਾ Yes, sir. ਦੋ ਚਾਰ ਹੀ ਆਵਾਜ਼ਾਂ ਦੇ ਜਿਹੜੇ Yes. ਹੁੰਦੇ ਬਾਕੀ ਇਹਨੇ ਰਿਸਪੌਂਸ ਨਹੀਂ ਕਰਦੇ। Yes, sir. Yes, sir. Yes, sir. ਚਲੋ Yes, sir. ਇੰਦਰ ਪੜਿਆ ਬੇਟਾ? Sir. ਇੰਦਰ ਆਰਕੀਮੀਡੀਜ਼ ਪ੍ਰਿੰਸੀਪਲ इंदर पढ़िया बच्चे?
जिया Yes, sir. की दसिया पुत्र आर्किमिडीज प्रिंसिपल च ओदी की स्टेटमेंट आ सर उन्होंने कहा है जब हम एक बॉडी को इमर्स करेंगे लिक्विड में, जब वो रेस्ट पे होगा तो वो वेट लूज करेगा और वो वेट जो है वो इक्वल होगा जो कि लिक्विड जो कि बॉडी एब्जॉर्ब करेगी, डिस्प्लेस करेगी। डिस्प्लेस कर बिल्कुल ठीक है भाई चलो ਆਪਾਂ ਇਸੇ ਟੌਪਿਕ ਨੂੰ ਪਹਿਲਾਂ ਇੱਕ ਵਾਰੀ ਕੰਪਲੀਟ ਕਰਨ ਲੱਗੇ ਹਾਂ ਠੀਕ ਹੈ ਜੀ ਆਰਕਿਮੀਡੀਜ਼ ਪ੍ਰਿੰਸੀਪਲ ਦੇ ਅਕੋਰਡਿੰਗਲੀ ਆਪਣੇ ਕੋਲ ਡਿਫਾਈਨ ਕੀ टॉपिक अपने को गिवन है बेटा आर्किमिडीज प्रिंसिपल स्कूले कराए टॉपिक नहीं है वाले स्कूल ये टॉपिक कराया कि नहीं चैप्टर नहीं करवाया सर अजय केड़े स्कूल सर कैम्ब्रिज कैम्ब्रिज फिर बाकी स्कूल च पता नहीं कि कराए नहीं पता नहीं सर पता नहीं अच्छा चलो आर्किमिडीज प्रिंसिपल दी पुੱਤ जो स्टेटमेंट है ना ਉਸੇ ਚੀਜ਼ ਨੂੰ ਤੁਸੀਂ ਇੱਥੇ ਮੈਥਮੈਟਿਕਲੀ ਪ੍ਰੂਵ ਕਰਦੇ ਆਰਕਿਮੀਡੀਜ਼ ਪ੍ਰਿੰਸੀਪਲ ਬੇਸਿਕਲੀ ਸਾਡੇ ਕੋਲ ਐਸਐਚ ਜਿਹੜਾ ਸਾਡੇ ਲਾਅ ਆਫ ਫਲੋਟੇਸ਼ਨ ਹੈ ਨਾ ਕੋਈ ਬਾਡੀ ਫਲੋਟ ਕਰੇਗੀ ਕਿ ਸਿੰਕ ਕਰੇਗੀ है ना ਜੇ ਫਲੋਟ ਕਰੇਗੀ ਤਾਂ ਲਿਕੁਇਡ ਚ ਕਿਹੜੀ ਥਾਂ ਤੇ ਫਲੋਟ ਕਰੇਗੀ ਇਹਨਾਂ ਸਾਰੀ ਕੰਡੀਸ਼ਨ ਨੂੰ ਐਸਐਚ ਅਸੀਂ ਆਰਕਿਮੀਡੀਜ਼ ਪ੍ਰਿੰਸੀਪਲ ਨਾਲ ਜਸਟੀਫਾਈ ਕਰਦੇ ਠੀਕ ਹੈ ਆਰਕਿਮੀਡੀਜ਼ ਪ੍ਰਿੰਸੀਪਲ 9 ਚ ਵੀ ਥੋੜੇ ਪਾਰਟ ਚ ਅਸੀਂ ਪੜਿਆ ਵਾ Archimedes principle define ਇਹ ਕਰਦਾ whenever a body is partially or fully immersed in a liquid whenever a body is partially or fully immersed in a liquid then it always displaced some of the liquid ठीक है and the displaced liquid will always have the tendency and the displaced liquid always have the tendency to कहना जी occupy its position again and during this process it will always exert some upward force on the given body due to which body always appear to be lighter in weight as compared to its original weight when it is inside the liquid मैं उसकी स्टेटमेंट नहीं बोली बट मैं ਉਹਨੂੰ ਐਸਐਚ ਥੋੜਾ ਜਿਹਾ ਐਲੈਬੋਰੇਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਕਿਸੇ ਬਾਡੀ ਨੂੰ ਤੁਸੀਂ ਲਿਕੁਇਡ ਦੇ ਅੰਦਰ ਪਾਰਸ਼ੀਅਲੀ ਔਰ ਫੁੱਲੀ ਇਮਰਸ ਕਰੋਗੇ ਤੇ ਉਸ ਇਨਸਟੈਂਟ ਤੇ ਕਹਿੰਦਾ ਜੀ ਮੇਰੇ ਕੋਲ ਕੀ ਹੋਏਗਾ ਬਾਡੀ ਦਾ weight ਹਮੇਸ਼ਾ ਮੈਨੂੰ ਉਹਦੇ ਐਕਚੁਅਲ weight ਨਾਲੋਂ ਘੱਟ ਲੱਗੇਗਾ ਠੀਕ ਹੈ ਮੈਂ ਇੱਕ ਐਗਜ਼ਾਮਪਲ ਦੇਣਾ ਮੇਰੇ ਕੋਲ ਮੰਨ ਲਓ ਕੋਈ ਇੱਕ ਬਾਡੀ ਗਿਵਨ ਆ ਮੇਰੇ ਕੋਲ ਇੱਕ ਚੌਕ ਬਾਕਸ ਗਿਵਨ ਆ ਜੇ ਮੈਂ ਇਹਦਾ weight ਮੇਜਰ ਕਰਾਂ ਠੀਕ ਹੈ ਜੀ ਇਸ ਮੂਵਮੈਂਟ ਤੇ ਇਹਨੂੰ ਮੈਂ ਐਸਾ ਕਿਸੇ ਚੀਜ਼ ਨਾਲ ਹੈਂਗ ਕੀਤਾ ਇਹਦਾ ਮੈਂ weight ਮੇਜਰ ਕਰਾਂ ਠੀਕ ਹੈ 에ਅਰ ਦੇ ਅੰਦਰ ਫਿਰ ਮੈਂ ਇਹਦਾ weight ਮੇਜਰ ਕਰਾਂ ਲਿਕੁਇਡ ਦੇ ਅੰਦਰ क्या दोनों केस दे विचों एक्चुअल वेट किथे मिलूगा मैनू एयर दे अंदर पर हुण एक गल नाल होर जोड़न लगे हां क्या एयर दे अंदर जो इस बॉडी दा एक्चुअल वेट मैनू ओही मिलूगा नो नो क्यों नो because of upthrust किदी अपथ्रस्ट applied by water on the body नहीं पता इस वेले ते एयर च पई है बॉडी सर एयर पार्टिकल्स दी अपथ्रस्ट बिल्कुल जे मैं ਇਹਦਾ ਐਕਚੁਅਲ weight ਲੈਣਾ ਨਾ ਇਹਦਾ ਐਕਚੁਅਲ weight ਮੈਨੂੰ ਵੈਕਿਊਮ ਚ ਮਿਲਣਾ ਵਾ ਆਪਾਂ ਇੱਥੇ ਵੀ ਜਦੋਂ ਬਾਡੀ ਦਾ weight ਮੇਜਰ ਕਰਦੇ ਆ ਤੇ ਉਦੋਂ ਵੀ ਇਹਦਾ ਐਕਚੁਅਲ weight ਨਹੀਂ ਹੈਗਾ ਜੇ ਮੈਂ ਆਪਣਾ weight ਮੇਜਰ ਕਰਨਾ ਤੇ ਇਸ ਵੇਲੇ 에ਅਰ ਚ ਮੇਰਾ ਐਕਚੁਅਲ weight ਨਹੀਂ ਆਣਾ ਕਿਉਂ ਕਹਿੰਦਾ ਜੀ ਹਰ ਥਾਂ ਤੇ ਇੱਕ ਪ੍ਰਾਪਰਟੀ ਨਾਲ ਲੱਗੇਗੀ ਔਰ ਉਹ ਪ੍ਰਾਪਰਟੀ ਹੋਏਗੀ ਕਿ ਬਾਡੀ ਜਦੋਂ ਕਿਸੇ ਵੀ ਐਸਐਚ ਮੀਡੀਅਮ ਦੇ ਅੰਦਰ ਪ੍ਰੈਜ਼ੈਂਟ ਆ ਜਿਹਦੀ ਕੁਛ ਨਾ ਕੁਛ ਡੈਂਸਿਟੀ ਹੈਗੀ ਆ ਤੇ ਉਸ ਮੂਵਮੈਂਟ ਤੇ ਉਸ ਬॉडी ਜਦੋਂ ਮੈਂ ਇਸ ਵੇਲੇ 에ਅਰ ਚ ਵੀ ਖੜਾ ਤੇ ਜਿੱਥੇ ਮੈਂ ਖੜਾ ਵਾਂ ਇਸ ਵੇਲੇ ਮੈਂ ਆਪਣੀ ਜਿਹੜੀ ਆ ਪੋਜੀਸ਼ਨ ਸੀਗੀ ਇਹ 에ਅਰ ਦੇ ਸੀਗੀ ਤੇ ਮੈਂ ਇਸ ਥਾਂ ਤੋਂ 에ਅਰ ਨੂੰ ਡਿਸਪਲੇਸ ਕਰਕੇ ਉਹਦੀ ਥਾਂ ਲਿੱਤੀ ਆ ਤੇ ਜਦੋਂ ਮੈਂ 에ਅਰ ਡਿਸਪਲੇਸ ਦੀ ਥਾਂ ਲਿੱਤੀ ਆ ਤੇ ਡਿਸਪਲੇਸਡ 에ਅਰ ਦੀ ਟੈਂਡੈਂਸੀ ਹੋਏਗੀ ਆਪਣੀ ਪੋਜੀਸ਼ਨ ਨੂੰ ਰੀਆਕੂਪਾਈ ਕਰਨ ਦੀ
इसलिए वो डिस्प्लेस्ड एयर मैनू इथों चुक के परे करना चाह रही है। इन द सिमिलर वे ਜਦੋਂ ਕਿਸੇ ਬੋਡੀ ਨੂੰ ਮੈਂ ਕਿਸੇ ਲਿਕੁਇਡ 'ਚ ਇਮਰਸ ਕਰਦਾ, ਠੀਕ ਹੈ, ਜਦੋਂ ਕਿਸੇ ਬੋਡੀ ਨੂੰ ਮੈਂ ਲਿਕੁਇਡ 'ਚ ਇਮਰਸ ਕਰਦਾ ਤੇ ਹੋਇਆ ਕਿ ਲਿਕੁਇਡ ਦੇ ਅੰਦਰ ਇਹਦੇ ਜੋਗੀ ਕੋਈ ਜਗ੍ਹਾ ਨਹੀਂ ਹੈਗੀ ਸੀ, ਹਨਾ। ਲਿਕੁਇਡ ਦੇ ਅੰਦਰ ਲਿਕੁਇਡ ਮੋਲੀਕਿਊਲ ਨੇ ਹਰ ਪੋਜੀਸ਼ਨ ਆਕੂਪਾਈ ਕੀਤੀਆਂ ਸੀ ਤੇ ਜਦੋਂ ਇਹ ਬੋਡੀ ਨੇ ਐਸ ਸੱਚ ਲਿਕੁਇਡ ਦੇ ਮੋਲੀਕਿਊਲ ਨੂੰ ਜ਼ਬਰਦਸਤੀ ਉਹਦੀ ਥਾਂ ਤੋਂ ਡਿਸਪਲੇਸ ਕੀਤਾ ਤੇ ਜਿਹੜੇ ਲਿਕੁਇਡ ਦੇ ਮੋਲੀਕਿਊਲ ਡਿਸਪਲੇਸ ਹੋਏ ਉਹ ਅਸੀਂ ਸਿਰਫ ਸਮਝਾਉਣ ਲਈ ਵਰਡ ਆ, ਉਹ ਲਿਕੁਇਡ ਦੇ ਮੋਲੀਕਿਊਲ ਦੂਸਰੇ ਲਿਕੁਇਡ ਦੇ ਮੋਲੀਕਿਊਲ ਦੇ ਉੱਤੇ ਜਾ ਕੇ ਬਹਿ ਗਏ ਤੇ ਜਿਹੜੇ ਦੂਜੇ ਲਿਕੁਇਡ ਮੋਲੀਕਿਊਲ ਦੀ ਜਗ੍ਹਾ ਤੇ ਜਾ ਕੇ ਬਹਿ ਗਏ ਉਹ ਚਾਹੋਗੇ ਕਿ ਵੀ ਤੂੰ ਆਪਣੀ ਜਗ੍ਹਾ ਤੇ ਜਾ। ਇੱਕ ਬੈਂਚ ਤੇ ਬਹਿਣ ਲਈ 3 ਜਣੇ ਦੀ ਥਾਂ ਆ, ਠੀਕ ਹੈ ਜੀ, ਉੱਥੇ 2 ਜਣੇ ਹੋਰ ਅੜ ਕੇ ਬਹਿ ਗਏ। ਉਹਨਾਂ ਕੀ ਹੋਇਆ ਕਿ ਬਾਕੀ ਜਿਹੜੇ 3 ਸੀਗੇ, ਠੀਕ ਹੈ, ਉਹ ਥੋੜਾ ਨਾਲ ਦੇ ਉੱਤੇ ਹੋ ਗਏ, ਠੀਕ ਹੈ, ਉਹਨੂੰ ਧੱਕਾ ਮਾਰਦੇ ਪਰੇ ਉਹ ਤੂੰ ਕਹਿੰਦੇ ਮੇਰੀ ਥਾਂ ਤੋਂ। ਤੇ ਜਦੋਂ ਉਹ ਪਰੇ ਕਰਦੇ ਪਏ ਆ ਤੇ ਉਹ ਜਿਹੜੇ ਵਾਧੂ ਦੇ ਆ ਕੇ ਬੈਠੇ ਉਹ ਉਹਨਾਂ ਨੂੰ ਉੱਤੋਂ ਚੁੱਕ ਕੇ ਪਰੇ ਕਰਨਾ ਚਾਹੂਗੇ ਤਾਂ ਕਿ ਉਹ ਆਪਣੀ ਪੋਜੀਸ਼ਨ ਰੀਆਕੂਪਾਈ ਕਰ ਸਕਣ। ਇਨ ਦਾ ਸਿਮਿਲਰ ਵੇ ਜਦੋਂ ਲਿਕੁਇਡ ਦੇ ਮੋਲੀਕਿਊਲ ਜਿਹੜੇ ਨੇ ਉਹ ਆਪਣੀ ਪੋਜੀਸ਼ਨ ਤੋਂ ਡਿਸਪਲੇਸ ਹੋ ਕੇ ਦੂਜੇ ਲਿਕੁਇਡ ਮੋਲੀਕਿਊਲ ਦੇ ਉੱਪਰ ਆਏ ਤੇ ਦੂਜੇ ਲਿਕੁਇਡ ਮੋਲੀਕਿਊਲ ਚਾਹੂਗੇ ਕਿ ਇਹ ਲਿਕੁਇਡ ਦੇ ਮੋਲੀਕਿਊਲ ਜਿਹੜੇ ਉਹਨਾਂ ਦੇ ਉੱਪਰ ਆ ਕੇ ਬੈਠੇ ਆ ਇਹ ਆਪਣੀ ਥਾਂ ਤੇ ਜਾਣ ਤੇ ਉਹ ਫਿਰ ਇਸ ਟੈਂਡੈਂਸੀ 'ਚ ਕੀ ਕਰਦੇ ਆ ਕਿ ਵੀ ਇਸ ਕੰਟੇਨਰ ਨੂੰ, ਇਸ ਬੋਡੀ ਨੂੰ ਜਿਹੜੀ ਇਮਰਸ ਕੀਤੀ ਆ ਇਹਦੇ ਤੇ ਅਪਵਰਡ ਡਾਇਰੈਕਸ਼ਨ 'ਚ ਫੋਰਸ ਲਗਾਓਗੇ and that upward force applied on the body is to be called as the up thrust ਕਿਉਂਕਿ ਤੁਹਾਡਾ ਲਿਕੁਇਡ ਇਕੁਇਲਿਬ੍ਰੀਅਮ ਆਫ ਰੈਸਟ ਆ, ਤੁਹਾਡਾ ਲਿਕੁਇਡ ਇਕੁਇਲਿਬ੍ਰੀਅਮ ਆਫ ਰੈਸਟ ਆ, ਇਹਦਾ ਮਤਲਬ ਫੋਰਸ ਜਿਹੜੀ ਹੋਏਗੀ ਉਹ ਸਰਫੇਸ ਦੇ ਨਾਰਮਲ ਲੱਗੇਗੀ, ਠੀਕ ਹੈ, ਤੇ ਉਹ ਨਾਰਮਲ ਫੋਰਸ ਜਿਹੜੀ ਸਰਫੇਸ ਤੇ ਐਕਟ ਕਰਦੀ ਉਹਨੂੰ ਅਸੀਂ ਥਰਸਟ ਕਹਿੰਦੇ, ਔਰ ਜੇ ਉਹ ਥਰਸਟ ਅਪਵਰਡ ਡਾਇਰੈਕਸ਼ਨ 'ਚ ਲੱਗਦੀ ਪਈ ਅਸੀਂ ਇਹਨੂੰ ਅਪ ਥਰਸਟ ਕਹਿੰਦੇ। ਉਹ ਕਹਿੰਦਾ ਫਿਰ ਇਹਦਾ ਮਤਲਬ ਇਹ ਹੋਇਆ ਕਿ ਇਸ ਬੋਡੀ ਦਾ ਜਿੰਨਾ ਐਕਚੁਅਲ weight ਆ ਇਹਦੇ ਵਿੱਚੋਂ ਜਿਹੜੀ ਅਪਵਰਡ ਡਾਇਰੈਕਸ਼ਨ 'ਚ ਲੱਗਣ ਵਾਲੀ ਫੋਰਸ ਆ, ਹਨਾ, ਉਹ ਐਸ ਸੱਚ ਕਹਿੰਦਾ ਜੀ ਇਸ ਬੋਡੀ ਨੂੰ ਅਪਵਰਡ ਥਰੋ ਕਰਨਾ ਚਾਹ ਰਹੀ ਹੈ ਤੇ ਉਸ ਚੀਜ਼ ਮੂਵਮੈਂਟ, ਉਸ ਮੂਵਮੈਂਟ ਤੇ ਫਿਰ ਅਸੀਂ ਡਿਫਾਈਨ ਕਰਦੇ ਇਹਦਾ ਮਤਲਬ ਜਿੰਨਾ ਇਸ ਬੋਡੀ ਦਾ weight ਹੋਏਗਾ, ਠੀਕ ਹੈ, ਉਹਦੇ ਵਿੱਚੋਂ ਜਦੋਂ ਅਪ ਥਰਸਟ ਮਾਈਨਸ ਕਰਾਂਗਾ ਜੋ ਨੈਟ ਬਚੇਗਾ ਉਹਨਾਂ ਮੈਨੂੰ ਇਸ ਬੋਡੀ ਦਾ weight ਜਿਹੜਾ ਵਾ ਉਹ ਲਿਕੁਇਡ ਦੇ ਅੰਦਰ ਫੀਲ ਹੋਏਗਾ। क्या आ गल समझ आई? यस सर। आ चीज समझ Yes, लगी जो sir. लास्ट में दसिया? Yes, sir. Yes, sir. चलो यस सर। यही वर्ड ਨੂੰ ਲੈ ਕੇ ਆਪਾਂ ਇਹਦੀ ਸਟੇਟਮੈਂਟ ਬਣਾ ਰਹੇ ਹਾਂ। ਆਰਕੀਮੀਡੀਜ਼ ਪ੍ਰਿੰਸੀਪਲ ਦੀ ਸਟੇਟਮੈਂਟ ਇਹ ਹੋਏਗੀ whenever a body is partially or fully immersed in a liquid, body always lose some of its weight and that loss in weight of the body, that loss in weight of the body is always equal to weight of a liquid displaced। ਜਿੰਨਾ ਤੁਹਾਡੀ ਬੋਡੀ ਦੇ weight 'ਚ ਤੁਹਾਨੂੰ loss ਲੱਗੇਗਾ ਨਾ ਐਗਜ਼ੈਕਟਲੀ ਅਸੀਂ ਮੰਨ ਕੇ ਚੱਲਦੇ ਓਨਾ ਹੀ displaced liquid ਦਾ weight ਹੋਏਗਾ। ਇਹਦਾ ਮਤਲਬ ਜੋ ਮੈਂ ਬੋਲਦਾ ਪਿਆ ਇਹੀ ਅਸੀਂ ਮੈਥਮੈਟੀਕਲ ਪ੍ਰੂਵ ਕਰਦੇ ਕਿ whenever a body is immersed partially or fully inside the liquid, then body always lose some of its weight। ਇਹਦਾ ਮਤਲਬ ਇਹ ਹੋ ਗਿਆ ਜਿੰਨਾ ਇਹਦਾ weight ਆ ਤੇ ਜਿੰਨੀ ਇਹਦੇ ਚੋਂ ਅਪਥਰਸਟ ਉਹਨੂੰ ਮੈਂ ਮਾਈਨਸ ਕਰ ਲਾਂ ਤੇ ਮੈਨੂੰ ਮੇਰੀ ਬੋਡੀ ਦਾ loss in weight ਮਿਲੇਗਾ। ਤੇ ਉਹ ਕਹਿੰਦਾ ਦੂਜੇ ਪਾਸੇ ਜਿੰਨਾ loss in weight ਆਏਗਾ ਤੇ ਜਿਹੜਾ ਲਿਕੁਇਡ ਆਪਣੀ ਥਾਂ ਤੋਂ ਇਹਦੇ ਕਰਕੇ ਡਿਸਪਲੇਸ ਹੋਇਆ ਸੀ, ਹਨਾ, ਜੇ ਮੈਂ ਉਸ ਡਿਸਪਲੇਸਡ ਲਿਕੁਇਡ ਦਾ weight ਕੱਢਣਾ ਵਾ ਤੇ loss in weight of the body ਤੇ ਡਿਸਪਲੇਸਡ ਲਿਕੁਇਡ ਦਾ weight ਇਹ ਹਮੇਸ਼ਾ ਆਪਸ ਵਿੱਚ ਇਕੁਅਲ ਆ। ਕੀ ਇਹਨਾਂ ਕਲੀਅਰ ਜੀ? यस सर। Yes, sir. ਹੁਣ ਆਪਾਂ ਡਿਫਾਈਨ Yes, ਕਰਾਂਗੇ ਕਿ ਆਪਣੇ ਕੋਲ ਜਿਹੜੀ ਬਾਡੀ ਗਿਵਨ ਆ, ਠੀਕ ਹੈ ਜੀ, ਐਸ ਐਚ ਇਹਦੀ ਡੈਂਸਿਟੀ ਦਾ ਸਿੰਬਲ ਆਪਾਂ ਸਿਗਮਾ ਰੱਖ ਲੈਨੇ, ਜਿਹੜਾ ਲਿਕੁਇਡ ਆ ਇਹਦੀ ਡੈਂਸਿਟੀ ਮੇਰੇ ਕੋਲ ਰੋ ਨਾ ਗਿਵਨ। ਦੋ ਵੇਰੀਏਬਲ ਲੈ ਰਹੇ ਹਾਂ, ਲਿਕੁਇਡ ਵਾਲੇ ਕੇਸ 'ਚ ਅਸੀਂ ਹਮੇਸ਼ਾ ਜਿਹੜਾ ਵਾ ਇਹਨੂੰ ਡੈਂਸਿਟੀ ਦੀ ਫਾਰਮ 'ਚ ਡਿਫਾਈਨ ਕਰਾਂਗੇ। ਹੁਣ ਇਸ ਮੂਵਮੈਂਟ ਦਾ ਆਪਾਂ ਸ਼ੋਅ ਕਰ ਰਹੇ ਹਾਂ ਕਿ ਇੱਕ ਇਸ ਲਿਕੁਇਡ ਬਾਡੀ ਦੇ ਉੱਤੇ ਜਦੋਂ ਇਹਨੂੰ ਮੈਂ ਇਮਰਸ ਕੀਤਾ, ਠੀਕ ਹੈ ਜੀ, ਇੱਕ ਇਹਦੇ ਤੇ ਫੋਰਸ F1 ਜਿਹੜੀ ਡਾਊਨਵਰਡ ਲੱਗੇਗੀ ਤੇ ਦੂਜਾ ਮੇਰੇ ਕੋਲ ਇਹਦੇ ਉੱਤੇ ਐਸ ਐਚ ਜਿਹੜੀ ਅਪ ਥਰਸਟ ਆ ਦੈਟ ਸ਼ੁੱਡ ਬੀ ਐਕਟਿੰਗ ਇਨ ਅਪਵਰਡ ਡਾਇਰੈਕਸ਼ਨ ਤੇ ਇਸ ਬਾਡੀ ਦੇ ਉੱਤੇ ਜਿਹੜੀ ਨੈਟ ਫੋਰਸ ਆ ਜਿਹੜੀ ਇਹਨੂੰ ਅਪਵਰਡ ਡਿਸਪਲੇਸ ਕਰਨਾ ਚਾਹੇਗੀ। ਜੇ ਮੈਂ ਉਹਦੀ ਗੱਲ ਕਰਾਂ ਤੇ therefore net upward force acting on the body is given by, ਜੇ ਤੁਸੀਂ ਉਸੇ net upward force ਦੀ ਵੈਲਿਊ ਲਿਖਣੀ ਹੋਵੇ ਤੇ that is equal to F2 minus F1। ਤੇ ਪੁੱਤ ਅਸੀਂ ਇਹ ਸਾਰੀ ਫੋਰਸਿਸ ਨੂੰ ਡੈਂਸਿਟੀ ਦੀ ਫਾਰਮ ਤੱਕ ਲੈ ਕੇ ਜਾਣਾ ਤੇ ਅਸੀਂ ਕੀ ਕਹਿੰਦੇ ਪਏ ਫੋਰਸ ਦਾ ਫਾਰਮੂਲਾ ਲਿਖਾਂ
बट फोर्स की वैल्यू मेरे को होंगी प्रैशर इनटू एरिया। ठीक है, ਤੇ ਜਿਹੜਾ ਪ੍ਰੈਸ਼ਰ ਇਸ ਵੇਲੇ ਇਹਦੇ ਕਹਿੰਦਾ ਜੀ ਟੌਪ ਫੇਸ ਤੇ ਜਿਹੜਾ ਪ੍ਰੈਸ਼ਰ ਇਹਦੇ ਬਾਟਮ ਫੇਸ ਤੱਕ ਲੱਗਦਾ ਪਿਆ ਉਹਨੂੰ ਆਪਾਂ ਡਿਫਾਈਨ ਕਰ ਦਿੰਦੇ ਕਿ ਵੀ ਟੌਪ ਫੇਸ ਇਹਦਾ ਜਿਹੜਾ ਵਾ ਉਹ x ਮੀਟਰ ਡਾਊਨ ਆ। ਤੁਹਾਡੀ ਬਾਡੀ ਦੀ ਹਾਈਟ ਜਿਹੜੀ ਆ, ਤੁਹਾਡੀ ਬਾਡੀ ਦੀ ਹਾਈਟ ਜਿਹੜੀ ਉਹ h ਮੀਟਰ ਆ, ਤੇ ਜਿਹੜਾ ਇਹਦਾ ਮਤਲਬ ਆ ਬਾਟਮ ਐਂਡ ਤੇ ਇੱਥੇ ਪ੍ਰੈਸ਼ਰ ਪੈਂਦਾ ਪਿਆ ਇੱਥੇ ਤੱਕ ਵੀ ਜੇ ਮੈਂ ਡੈਪਥ ਲੈ ਲਵਾਂ ਉਹ ਮੇਰੀ x + h ਆਜੂ। क्या वेरिएबल क्लियर है? यस चलो जे फोर्स मेरी प्रेशर इनटू एरिया ते प्रेशर दा फार्मूला ਆਪਾਂ ਪੜਿਆ ਪਾਸਕਲ ਲॉ ਚ h rho g ਹੁੰਦਾ। ਇਹਦਾ ਮਤਲਬ ਜੇ ਮੈਂ f1 ਡਿਫਾਈਨ ਕਰਨਾ p1 a1 ਪਰ ਆਪਾਂ ਇਹਦੇ ਅੰਦਰ ਅਸੰਪਸ਼ਨ ਇਹ ਲਗਾਈ ਆ ਕਿ ਵੀ ਆਪਣੀ ਗਿਵਨ ਬਾਡੀ ਯੂਨੀਫਾਰਮ ਕ੍ਰਾਸ ਸੈਕਸ਼ਨਲ ਏਰੀਆ ਵਾਲੀ ਆ। ਏਰੀਆ ਆਫ ਕ੍ਰਾਸ ਸੈਕਸ਼ਨ ਉਹਦਾ ਯੂਨੀਫਾਰਮ ਆ, ਇਸ ਲਈ a1 a2 ਨਹੀਂ ਬਣੇਗਾ। p1 ਦੀ ਥਾਂ ਤੇ ਲਿਖਾ ਤੇ x rho g a ਆ ਜਾਏਗਾ। सिमिलरली जे F2 डिफाइन कर लिए ते P2 into A और इत्थे तक दा प्रेशर जेड़ा मेरे कोल होएगा दैट इज इक्वल टू x plus h into rho into g into A। क्या आ दोनों वेरिएबल क्लियर है? Yes, sir. Therefore जेड़ी अपने कोल अप थ्रस्ट लगेगी, जेड़ी अपने को अप थ्रस्ट F लगेगी ਉਹਦੀ ਵੈਲਿਊ ਲਿਖ ਲਈ ਤੇ ਫਿਰ ਆਪਣੇ ਕੋਲ ਟਰਮ ਆ ਜਾਣੀ f2 f1 x h rho g a ਮਾਈਨਸ ਆ ਜਾਏਗਾ ਆਪਣੇ ਕੋਲ x rho g a ਤੇ ਇਹਨੂੰ ਸੋਲਵ ਕਰ ਦਈਏ ਤੇ ਆਪਣੀ ਨੈਟ ਅਪ ਥ੍ਰਸਟ ਜਿਹੜੀ ਹੈਗੀ ਆ x rho g a ਕੈਨਸਲ ਆਊਟ ਕਰਕੇ ਆਪਣੇ ਕੋਲ ਟਰਮ ਬਣ ਜਾਣੀ h rho g a। क्या इतना क्लियर जी? Yes, sir. Yes, sir. ਆਪਾਂ ਕੈਲਕੂਲੇਟ ਕਿਹੜਾ ਵੇਰੀਏਬਲ ਕਰਦੇ ਪਏ? नेट फोर्स नेट फोर्स ਜਿਹਨੂੰ ਆਪਾਂ ਡਿਫਾਈਨ ਕਰੀਏ ਤੇ ਅਪ ਥ੍ਰਸਟ ਕਿੰਨੇ ਪਏ? Yes, sir. है ना? तो पुੱਤ ਜਿਵੇਂ ਅਪ ਥ੍ਰਸਟ ਕੱਢਣੀ ਆ ਹੁਣ ਇਥੋਂ ਟਰਮ ਨੂੰ ਰੀਅਰੇਂਜ ਕਰਕੇ ਬਣਾ ਲਓ। ਇਹਨੂੰ ਜਿਵੇਂ a h rho g ਪੜਾ a h ਮੇਰੇ ਕੋਲ ਏਰੀਆ ਹਾਈਟ ਇਹ ਵੋਲਿਊਮ ਆਫ ਦਾ ਸਿਲੰਡਰ ਡਿਫਾਈਨਡ ਹੋ ਜਾਏਗਾ। Yes, sir. Yes, sir. ਤੇ ਦੂਜੇ ਪਾਸੇ ਜਿਹੜਾ ਆਪਣੇ ਕੋਲ ਆਏਗਾ ਹੁਣ ਜੇ ਮੈਂ ਇੱਥੇ ਇੱਕ ਟਰਮ ਲਵਾਂ ਦਿਮਾਗ 'ਚ ਰੱਖਿਓ ਜਿੰਨਾ ਪੋਰਸ਼ਨ ਇਸ ਵੇਲੇ ਅਸੀਂ ਲੈ ਕੇ ਚੱਲ ਰਹੇ ਸੀ ਕਰ ਰਹੇ ਬਾਡੀ ਫੁੱਲੀ ਇਮਰਸ ਗਿਨੀ ਆ। ਇਹਦੇ ਵਿੱਚ ਇੱਕ ਚੀਜ਼ ਦਿਮਾਗ 'ਚ ਹਮੇਸ਼ਾ ਰੱਖਿਓ ਵੋਲਿਊਮ ਆਫ ਲਿਕੁਇਡ ਡਿਸਪਲੇਸਡ is always equal to volume of the immersed part of the body। ਤੁਹਾਡੀ ਬਾਡੀ ਦਾ ਇੰਨਾ ਹਿੱਸਾ ਜਿਵੇਂ ਆ ਮੰਨਾ ਕਿ ਵੀ ਬਾਡੀ ਦਾ ਆ ਜਿਹੜਾ ਪੈਨ ਦਾ ਅੰਦਰਲਾ ਹਿੱਸਾ ਗਿਆ ਇਹਦੇ ਨਾਲ ਜੇ ਇੰਨਾ ਹਿੱਸਾ ਪਾਣੀ ਦੇ ਅੰਦਰ ਗਿਆ ਵਾ ਬੇਟਾ ਤੇ ਇੰਨੇ ਹਿੱਸੇ ਨੇ ਲਿਕੁਇਡ ਅੰਦਰ ਡਿਸਪਲੇਸ ਕੀਤਾ ਹੋਊਗਾ। यस सर ਤੇ ਇਹਦਾ ਮਤਲਬ ਜਿੰਨਾ ਡਿਸਪਲੇਸਡ ਪੋਰਸ਼ਨ ਲਿਕੁਇਡ ਦੇ ਅੰਦਰ ਬਣਿਆ ਜਿੰਨਾ ਲਿਕੁਇਡ ਦੇ ਅੰਦਰ ਡਿਸਪਲੇਸ ਹੋਇਆ ਉਸ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਜੇ ਮੈਂ ਲੈ ਕੇ ਚੱਲਾਂ ਉਹ ਐਗਜ਼ੈਕਟਲੀ ਓਨਾ ਹੀ ਹੋਏਗਾ ਜਿੰਨਾ ਮੇਰਾ ਇਮਰਸਡ ਪਾਰਟ ਆਫ ਦਾ ਬਾਡੀ ਦਾ ਵੋਲਿਊਮ ਹੋਏਗਾ। ਜੇ ਮੈਂ ਇਸ ਵੇਲੇ ਲੈ ਰਿਹਾ ਬਾਡੀ ਮੇਰੀ ਫੁੱਲੀ ਇਮਰਸਡ ਆ ਤੇ ਇਹਦਾ ਮਤਲਬ ਪੂਰੀ ਬਾਡੀ ਦਾ ਜਿੰਨਾ ਵੋਲਿਊਮ ਆ ਤੇ ਜਿਹੜਾ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਆ ਉਹ ਦੋਨੋਂ ਵੋਲਿਊਮ ਆਪਸ ਵਿੱਚ ਇਕੁਅਲ ਹੋਊਗੇ। Yes, sir. ਉਹ ਤੇ ਆ ਇੱਕ ਟਰਮ ਹੈ ਨਾ ਤੁਹਾਡੇ ਬਹੁਤ ਧਿਆਨ ਨਾਲ ਸਮਝਣ ਵਾਲੀ ਆ। ਇਹ ਇੱਕ ਨਹੀਂ 10 ਥਾਂ ਤੇ ਆਪਾਂ ਨੂੰ ਲੋਡ ਪੈਣੀ ਆ। ਜਦੋਂ ਤੁਹਾਡੀ ਬਾਡੀ ਲਿਕੁਇਡ ਦੇ ਅੰਦਰ ਇਮਰਸ ਕੀਤੀ ਜਾਂਦੀ ਆ ਔਰ ਇਹ ਲਿਕੁਇਡ ਨੂੰ ਉਹਦੀ ਪੋਜੀਸ਼ਨ ਤੋਂ ਡਿਸਪਲੇਸਡ ਕਰਦੀ ਆ ਤੇ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਮੈਨੂੰ ਚਾਹੀਦਾ ਤੇ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਮੇਰੇ ਕੋਲ ਨਹੀਂ ਪਤਾ ਪਰ ਮੈਨੂੰ ਇਹ ਪਤਾ ਕਿ ਵੀ ਜਿਹੜੀ ਮੇਰੀ ਗਿਵਨ ਬਾਡੀ ਆ ਹਨਾ ਇਹਦਾ ਇਮਰਸਡ ਪਾਰਟ ਜਿੰਨਾ ਹੋਏਗਾ ਇਹਦਾ ਜਿੰਨਾ ਇਮਰਸਡ ਪਾਰਟ ਹੋਏਗਾ ਇਹਨੇ ਲਿਕੁਇਡ ਡਿਸਪਲੇਸ ਕੀਤਾ ਤੇ ਲਿਕੁਇਡ ਦੀ ਆਪਣੀ ਤਾਂ ਸ਼ੇਪ ਕੋਈ ਨਹੀਂ ਇਹ ਮਤਲਬ ਜਿਸ ਸ਼ੇਪ 'ਚ ਇਹਨੇ ਲਿਕੁਇਡ ਡਿਸਪਲੇਸ ਕੀਤਾ ਹੋਏਗਾ ਆਪਣੇ ਵੋਲਿਊਮ ਦੇ ਅਕੋਰਡਿੰਗਲੀ ਜਿੰਨਾ ਇਹਨੇ ਲਿਕੁਇਡ ਡਿਸਪਲੇਸ ਕੀਤਾ ਹੋਏਗਾ ਐਗਜ਼ੈਕਟਲੀ ਉਹੀ ਸੇਮ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਗਿਣਿਆ ਜਾਏਗਾ। ਸੋ ਇਸ ਲਈ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਬਾਰ-ਬਾਰ ਇਸ ਲਾਈਨ ਨੂੰ ਡਿਫਾਈਨ ਕਰ ਰਿਹਾ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਤੇ ਤੁਹਾਡੀ ਐਸ ਸੱਚ ਇਮਰਸਡ ਪਾਰਟ ਦਾ ਵੋਲਿਊਮ ਇਮਰਸ ਪਾਰਟ ਫੁੱਲ ਵਾ ਠੀਕ ਹੈ ਕਿ ਇਮਰਸਡ ਪਾਰਟ ਪਾਰਸ਼ੀਅਲ ਆ ਉਹਦੇ ਅਕੋਰਡਿੰਗਲੀ ਅਸੀਂ ਇਮਰਸਡ ਪਾਰਟ ਦਾ ਵੋਲਿਊਮ ਲਵਾਂਗੇ। ਐਸ ਵੇਲੇ ਅਸੀਂ ਡਿਫਾਈਨ ਕਰਦੇ ਪਏ ਆਪਣੇ ਕੋਲ A H ਜਿਹੜਾ ਵਾ ਇਹ ਮੈਂ ਲੈ ਕੇ ਚੱਲਿਆ ਵੋਲਿਊਮ ਆਫ ਕਹਿੰਦਾ ਜੀ ਮੇਰੇ ਕੋਲ ਡਿਸਪਲੇਸਡ ਲਿਕੁਇਡ ਹੈਗਾ ਇਹ ਵੋਲਿਊਮ ਮੇਰੇ ਕੋਲ ਮੇਰੀ ਸਿਲੈਂਡਰੀਕਲ ਬਾਡੀ ਦਾ ਵਾ
पर इनू मैं मानदा ये पिया कि ये मेरे डिस्प्लेस्ड लिक्विड दा वॉल्यूम आ। क्यों? क्योंकि रो मेरे कोल किनू ਆਪਾਂ डिफाइन कीता Density of liquid. डेंसिटी ऑफ लिक्विड। ते ਇਹਦਾ मतलब जे आ मैं पोर्शन लवां ते ये वॉल्यूम ऑफ लिक्विड बनाइए। Yes. ਹੁਣ ਜੇ ਨੂੰ ਮੈਂ ਵੋਲੀਅਮ ਆਫ ਲਿਕੁਇਡ ਲੈਣਾ ਪਰ ਕਿਆ ਪੂਰੇ ਕੰਟੇਨਰ ਦਾ ਲਿਕੁਇਡ? ਕਹਿੰਦਾ ਨਹੀਂ, ਜਿਹੜਾ ਆਪਣੀ ਥਾਂ ਤੋਂ ਡਿਸਪਲੇਸ ਹੋਇਆ ਇਹ ਉਹਦਾ ਵੋਲੀਅਮ ਬਣ ਜੂ। ਇਹਦਾ ਮਤਲਬ ਇਹਨੂੰ ਮੈਂ ਲਿਖਾਂ ਤੇ ਮੈਂ ਇਹਨੂੰ ਲਿਖ ਲਾਂਗਾ ਵੋਲੀਅਮ ਆਫ ਡਿਸਪਲੇਸਡ ਲਿਕੁਇਡ, ਵੋਲੀਅਮ ਆਫ ਡਿਸਪਲੇਸਡ ਲਿਕੁਇਡ ਇਨਟੂ ਡੈਂਸਿਟੀ ਆਫ ਲਿਕੁਇਡ ਇਨਟੂ ਜੀ। ਤੇ ਜੇ ਹੁਣ ਮੈਂ ਇੰਨੀ ਟਰਮ ਨੂੰ ਪਿਕ ਕਰਾਂ ਵੋਲੀਅਮ ਇਨਟੂ ਡੈਂਸਿਟੀ, ਇਹ ਮੇਰੇ ਕੋਲ ਕੀ ਬਣ ਜੂ? Mass. Mass. सारा मास आया। ये मास किस चीज का आया? Mass of displaced liquid. Displaced liquid. क्योंकि जो वॉल्यूम डिस्प्लेस लिक्विड दा वा ते मास भी डिस्प्लेस लिक्विड दा आ गया। सो इथे टर्म आ जाएगी मास ऑफ डिस्प्लेस्ड लिक्विड। ते मास ऑफ डिस्प्लेस्ड लिक्विड नु जे ਆਪਾਂ स्मॉल m सिंबल दे दिए, ठीक है, इनटू मेरे कोल कहंदा जी g आ गया। ਇਹਦਾ मतलब ਜਿਹੜੀ ਮੇਰੇ ਕੋਲ फोर्स बनदी पई आ ਉਹ mg ਦੇ ਬਰਾबर आई। Yes, sir. Yes, sir. Yes, sir. mg ਲਵਾਂ, f ਕਿਹਦਾ ਨਾਮ ਸੀਗਾ? Upthrust. ਅਪ ਥਰਸਟ। Upthrust. ਇਹਦਾ ਮਤਲਬ ਆਪਣੇ ਕੋਲ ਜਿਹੜੀ ਅਪ ਥਰਸਟ ਹੋਏਗੀ, ਠੀਕ ਹੈ, ਜਿਹੜੀ ਮੇਰੇ ਕੋਲ ਅਪ ਥਰਸਟ ਹੋਏਗੀ ਉਹ ਕਾਦੇ ਇਕੁਅਲ ਆ ਗਈ? that is equal to weight of liquid displaced ਦੇ ਬਰਾਬਰ ਆ ਜੂ। Yes, sir. ਸਮਝ ਲੱਗੀ? Yes, sir. ਸੋ ਅਪ ਥਰਸਟ sir. ਮੇਰੀ ਕਿਹੜੀ ਸੀ? ਜਿਹੜਾ ਮੇਰੇ ਕੋਲ ਨੈਟ weight ਆਇਆ ਸੀ ਬੇਟਾ, ਬੋਡੀ ਦਾ ਐਕਚੁਅਲ weight ਲਵਾਂ, ਠੀਕ ਹੈ ਜੀ, ਉਹਦੇ ਵਿੱਚੋਂ ਮੇਰੇ ਕੋਲ ਜਿਹੜੀ ਅਪ ਥਰਸਟ ਦੇ ਨਾਲ ਆਪਾਂ ਨੂੰ ਜੋੜ ਕੇ ਕੰਡੀਸ਼ਨ ਬਣਾਈ, ਉਹ ਚ ਰਿਜ਼ਲਟ ਇਹ ਨਿਕਲਿਆ ਕਿ ਜਿੰਨੀ ਅਪ ਥਰਸਟ ਲੱਗਣੀ ਆ ਇਹ ਲਿਕੁਇਡ ਡਿਸਪਲੇਸ ਦੇ weight ਦੇ ਬਰਾਬਰ ਆ। ਔਰ ਇਹ ਜਿੰਨਾ ਲਿਕੁਇਡ ਆਪਣੀ ਥਾਂ ਤੋਂ ਡਿਸਪਲੇਸ ਹੋਇਆ ਉਹਨੇ ਐਸ ਸੱਚ ਉਨੀ ਫੋਰਸ ਅਪਵਰਡ ਡਾਇਰੈਕਸ਼ਨ ਚ ਲਗਾਈ ਆ ਤਾਂ ਕਿ ਬੋਡੀ ਜਿਹੜੀ ਆ ਆਪਣੀ ਪੋਜੀਸ਼ਨ ਤੋਂ ਕਹਿੰਦਾ ਜੀ ਅਪਵਰਡ ਮੂਵ ਕਰੇ, ਜਿਹਦੇ ਕਰਕੇ ਮੈਨੂੰ ਬੋਡੀ ਹਮੇਸ਼ਾ ਐਸ ਸੱਚ ਜਿਹੜੀ ਹੋਏਗੀ ਉਹ ਐਕਚੁਅਲ weight ਨਾਲੋਂ ਘੱਟ ਕਹਿੰਦਾ ਜੀ weight ਦੀ ਫੀਲ ਹੋਏਗੀ। ਠੀਕ ਹੈ, ਇਸੇ ਚੀਜ਼ ਨੂੰ ਆਪਾਂ ਦੱਸਣ ਲਈ ਜੇ ਆਪਾਂ ਵਰਡ ਇੱਥੇ ਜੋੜ ਦਈਏ ਹੋਰ, ਆ ਜੋ ਮੇਰੇ ਕੋਲ ਅਪ ਥਰਸਟ ਬਣ ਕੇ ਆਇਆ that is equal to weight of liquid displaced, ਤੇ ਦੂਜੇ ਪਾਸੇ ਇਹਨੂੰ ਮੈਂ ਇਦਾਂ ਲਿਖ ਦਵਾਂ ਕਿ ਬੋਡੀ ਦਾ ਐਕਚੁਅਲ weight, ਠੀਕ ਹੈ, ਯਾਨੀ ਜੇ ਮੈਂ ਇਧਰੋਂ ਇਹਨੂੰ ਡਿਫਾਈਨ ਕਰਾਂ we know that ਜਿਹੜਾ apparent weight ਹੋਏਗਾ, ਜਿਹੜਾ ਨਵਾਂ ਵਰਡ ਐਡ ਕਰ ਰਿਹਾ ਉਹਨੂੰ ਕਹਿ ਰਹੇ ਆ apparent weight। apparent weight ਕਿਹੜਾ? ਜਿਹੜਾ ਮੈਨੂੰ ਬੋਡੀ ਦਾ weight ਲਿਕੁਇਡ ਦੇ ਅੰਦਰ ਫੀਲ ਹੁੰਦਾ ਪਿਆ ਉਹ ਮੇਰਾ apparent weight ਆ। ਤੇ apparent weight ਕਾਦੇ ਬਰਾਬਰ ਹੋ? ਬੋਡੀ ਦਾ ਜਿੰਨਾ ਐਕਚੁਅਲ weight ਆ ਇਹਦੇ ਵਿੱਚੋਂ ਜਿੰਨੀ ਇਹਦੇ ਤੇ ਅਪ ਥਰਸਟ ਲੱਗੀ ਉਹ ਮੈਂ ਮਾਈਨਸ ਕਰ ਲਵਾਂ, ਜੋ ਨੈਟ ਬਚਿਆ ਉਹਨਾਂ ਬੋਡੀ ਦਾ weight ਮੈਨੂੰ ਲਿਕੁਇਡ 'ਚ ਫੀਲ ਹੋਊ। Yes, sir. Yes, sir. ਕਾਊਂਟ ਕਰ ਦਿਆ ਕਰੋ। ਮੈਂ ਸੱਚੀ ਮੈਂ ਤੋਰੀ ਤਾਂ ਅੱਗੇ ਪਾਣਾ ਵਾ, ਇੰਨੀ ਗੱਲ ਸਮਝ, ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, sir. ਐਪਰੈਂਟ weight ਜਾਂ ਇਹਦਾ ਦੂਜਾ ਨਾਮ ਰੱਖ ਲਵਾਂ ਇਹਨੂੰ observed weight ਕਹਿ ਦਵਾਂ, ਇਹ ਮੇਰੇ ਕੋਲ ਕਾਦੇ ਇਕੁਅਲ ਆ ਜਾਏਗਾ ਜੀ? that is equal to, ਠੀਕ ਹੈ ਜੀ, actual weight ਇਦਾਂ ਲਿਖ ਦੋ ਪਹਿਲਾਂ ਭਾਵੇਂ, actual weight minus up thrust, ਯਾਨੀ ਜਿੰਨਾ ਉਹਦਾ ਬੋਡੀ ਦਾ ਐਕਚੁਅਲ weight ਡਾਊਨਵਰਡ ਲਾਈ ਕਰਦਾ ਸੀ ਉਹ ਚੋਂ ਅਪ ਥਰਸਟ ਮਾਈਨਸ ਕਰਾਵੋ, ਉਹਨਾਂ weight ਮੈਨੂੰ ਬੋਡੀ ਦਾ ਲਿਕੁਇਡ ਦੇ ਅੰਦਰ ਕਹਿੰਦਾ ਜੀ ਉਹਦਾ ਫੀਲ ਹੋਏਗਾ। ਸੋ ਇਹਨੂੰ ਡਿਫਾਈਨ ਕਰੋ, ਐਕਚੁਅਲ weight ਅਸੀਂ ਕੈਪੀਟਲ M ਦੇ ਨਾਲ ਡਿਫਾਈਨ ਕਰ ਰਹੇ, ਬੋਡੀ ਯਾਨੀ ਸਿਲੈਂਡਰੀਕਲ ਬੋਡੀ ਦਾ ਮਾਸ ਆਪਾਂ ਕੈਪੀਟਲ M ਮੰਨਿਆ ਔਰ ਸਮਾਲ m ਹੈਗਾ ਲਿਕੁਇਡ ਡਿਸਪਲੇਸ ਦਾ ਮਾਸ, ਠੀਕ ਹੈ, ਤੇ ਡਿਸਪਲੇਸਡ ਲਿਕੁਇਡ ਨੇ ਜਿਹੜੀ ਫੋਰਸ ਲਗਾਈ ਉਹ mg ਆ ਗਈ। ਕੀ ਆ ਚੀਜ਼ ਕਲੀਅਰ ਆ? Yes, sir. Yes, sir. ਇਹਦਾ ਮਤਲਬ ਜੇ ਆਪਾਂ ਆ ਡਿਫਾਈਨ ਕਰ ਦਈਏ ਕਿ w ਡੈਸ਼ ਜਿਹੜਾ ਵਾ, ਠੀਕ ਹੈ, ਐਪਰੈਂਟ weight ਜਿਹੜਾ ਹੋਇਆ that is equal to mg minus mg, ठीक है, एक्चुअल वेट माइनस अप थ्रस्ट करके जो रिजल्ट आएगा ये मेरे को मेरी बॉडी दा एपरेंट वेट यानी अब्सॉर्ब वेट मेनू फील होएगा। हुन इनू जे फिर दोबारा आपां अगे डेंसिटी दी फॉर्म च लेके जाना ते m मेरे को मास ऑफ द बॉडी आ, ठीक है, मास नु फिर वॉल्यूम इनटू डेंसिटी a इनटू h, a इनटू h मेरे को वॉल्यूम ऑफ बॉडी आ गया इनटू डेंसिटी ऑफ बॉडी आ गया, ठीक है, यानी इतना पोर्शन लवा ते ये मास ऑफ बॉडी बनू। Yes, sir. इनटू g लगा दो माइनस ਇਹਦੇ ਵਿੱਚੋਂ ਮਾਸ ਆਫ ਡਿਸਪਲੇਸ ਲਿਕੁਇਡ ਉਹ ਟਰਮ ਬਣਾਈ ਸੀ ਆਪਾਂ, ਇਹਦੇ ਵਿੱਚ ਵੀ a into h ਸੇਮ ਰਹਿਣਾ,
क्योंकि वॉल्यूम ऑफ बॉडी ठीक है ते वॉल्यूम ऑफ कहता जी SH डिस्प्लेस्ड लिक्विड ठीक है ये मेरे को SH इक्वल उदों जो इस वे आप पूरी दी पूरी बॉडी इमर्स गिनी ठीक है अदरवाइज इत्थे जिहड़ी दोनों दे विच इक्वल द वैल्यू होएगी बट आ एरिया ऑफ क्रॉस सेक्शन इनटू H ये जरूरी नहीं पूरी बॉडी दी हाइट इन्वॉल्व होवे ठीक है जे बॉडी दा वेट लाऊंगा वो पूरी हाइट ना बनेगा पर जे मैं SH इत्थे टर्म बनानी होएगी कि भी बॉडी दा कुछ पोर्शन इमर्स दा बाकी मेरे कोल जिहड़ा बाहर पिया ते उदों वॉल्यूम जिहड़ा होएगा बनाने वास्ते डिस्प्लेस लिक्विड लई वो इहदी पूरी हाइट इन्वॉल्व नहीं होएगी जिन्ना इमर्स्ड पोर्शन होएगा वो इन्वॉल्व होएगी ये गल किते ना किते न्यूमेरिकल च जाके जोड़ांगा इस वेले तुहाडी फुली इमर्स्ड बॉडी दा वॉल्यूम ठीक है ते जिहड़ा डिस्प्लेस्ड लिक्विड दा वॉल्यूम आ वो आपस दे विच मेरे कोल इक्वल आ फर्क दोनों च की है डेंसिटी दा इत्थे डेंसिटी ऑफ बॉडी इन्वॉल्वड आ ते जे मैं इत्थे लेके चला ते मेरे को जेडी SH आ डेंसिटी ऑफ कहंदा जी लिक्विड इन्वॉल्वड आ क्या एनी टर्म क्लियर Yes, sir. Yes, sir. देयरफॉर ए तो जे आपा W डैश लिखिए ते अपने कोल A into H into G कॉमन टर्म आ गई सिग्मा माइनस रूट इनू जे मैं बॉडी दे एक्चुअल वेट दी फॉर्म च लेके जाना ते आपा इनू SH सिग्मा दे नाल कर लो मल्टीप्लाई जी सिग्मा दे नाल मल्टीप्लाई कर लो ते सिग्मा दे नाल ही इस टर्म नु डिवाइड करा लो ते जे इनू आपा SH लिखदे चलिए ते आ सारे दी सारी चीज मेरे कोल की बन गई W. बॉडी दा एक्चुअल वेट आ जाएगा ना क्योंकि सिग्मा इन्वॉल्वड है इस मतलब बॉडी नु डिफाइन करदा पिया ते ए बॉडी दा एक्चुअल वेट बाजू इनू आपा W डिफाइन कर देने 1 माइनस रो बाय सिग्मा ठीक है जी ਇਹਦਾ मतलब ये हो गया W डैश दी वैल्यू W into 1 minus rho by sigma clear आ Yes, sir. Yes, sir. ਆ ਮੇਰੇ ਕੋਲ ਜਿਹੜਾ ਰਿਲੇਸ਼ਨ ਆ ਜਾਏਗਾ ਇਹ ਕਿਹੜੇ ਵੇਰੀਏਬਲ ਚ ਆ ਗਿਆ ਬੋਡੀ ਦਾ ਐਕਚੁਅਲ weight ਬੋਡੀ ਦਾ ਐਪਰੈਂਟ weight ਬੋਡੀ ਤੇ ਲਿਕੁਇਡ ਦੀ ਡੈਂਸਿਟੀ ਮੇਰੇ ਕੋਲ ਕਹਿੰਦਾ ਜੀ ਕਿੰਨੀ ਇਹ ਵੇਰੀਏਬਲ ਡਿਸਾਈਡ ਕਰੋਗੇ ਕਿ ਵੀ ਤੁਹਾਡੀ ਕੋਈ ਬੋਡੀ ਜਦੋਂ ਲਿਕੁਇਡ ਚ ਇਮਰਸ ਕਰੋਗੇ ਉਹ ਬੋਡੀ ਲਿਕੁਇਡ ਦੇ ਅੰਦਰ ਕਹਿੰਦਾ ਜੀ ਫਲੋਟ ਕਰਦੀ ਆ ਕਿ ਸਿੰਕ ਕਰਦੀ ਆ क्या इना पहलो क्लियर है यस सर ये च कोई डाउट है तो ये च कोई डाउट हैगा तो एक बारी बोल दो बेटा No, sir. क्या पूरे Clear है, sir. आर्किमिडीज प्रिंसिपल क्लियर सारे नु Yes, sir. Yes, चलो हुन इससे तो आगे कंटिन्यू करांगे ਇਹਦੇ ਨਾਲ ਹੀ ਕਹਿੰਦਾ जी उन्हें लॉ ऑफ फ्लोटेशन ਦਿੱਤੇ ਆ लॉ ऑफ फ्लोटेशन ਦੇ ਅੰਦਰ ਜੇ ਆਪਾਂ ਗੱਲ ਕੰਟੀਨਿਊ ਕਰੀਏ ਉਹ ਕਹਿੰਦਾ ਜੀ ਕਦੋਂ ਕੋਈ ਬਾਡੀ ਲਿਕੁਇਡ ਦੇ ਅੰਦਰ ਫਲੋਟ ਕਰੇ ਤੇ ਕਦੋਂ ਕਹਿੰਦਾ ਜੀ ਸਿੰਕ ਕਰੇ ਉਹਨੂੰ ਤੁਸੀਂ ਡੈਂਸਿਟੀ ਦੇ ਬਿਹਾਫ ਦੇ ਉੱਤੇ ਵੀ ਤੇ weight ਦੇ ਬਿਹਾਫ ਦੇ ਉੱਤੇ ਵੀ ਡਿਫਾਈਨ ਕਰਦੇ ਜੇ ਆਪਾਂ ਪਹਿਲੀ ਕੰਡੀਸ਼ਨ ਇਹ ਲਈਏ if W greater than W dash W ਬਾਡੀ ਦਾ ਐਕਚੁਅਲ weight ਹੋ ਗਿਆ ਤੇ W dash ਬਾਡੀ ਦਾ ਜਿਹੜਾ ਲਿਕੁਇਡ ਦੇ ਅੰਦਰ ਮੈਨੂੰ weight ਫੀਲ ਹੋ ਰਿਹਾ ਠੀਕ ਹੈ ਇਹਦੇ ਨਾਲ ਕੰਪੇਅਰ ਕਰੋ ਜਾਂ ਅਪ ਥਰਸਟ ਨਾਲ ਕੰਪੇਅਰ ਕਰੋ जे बॉडी दा वेट जे मेरे को SH बॉडी दा वेट लवा जे मेरे को बॉडी दा वेट कहंदा जी SH लिक्विड दे वेट नालों अप थ्रस्ट दे नालों ज्यादा होया ते ਅਸੀਂ ਕਹਿੰਦੇ ਜੀ बॉडी लिक्विड दे अंदर सिंक कर जांदी है जे मेरे को बॉडी दा वेट जेड़ा होएगा ओदे नालों इस बॉडी दे उत्ते अप थ्रस्ट ज्यादा होई है ना ते कहंदा जी बॉडी विल कम इन अपवर्ड डायरेक्शन बॉडी लिक्विड दे अंदर अपवर्ड आंदी जाएगी उस पोजीशन तक टिल कहना जी अप थ्रस्ट बिकम इक्वल टू दैट ऑफ द वेट ऑफ द बॉडी क्या सेकंड कंडीशन समझ लगी Yes, sir. सेकंड कंडीशन ਆਪਾਂ ਇਹ ਬੋਲੀ ਆ ਜੇ ਬਾਕੀ ਕਿਸੇ ਨੂੰ ਡਾਊਟ ਹੈਗਾ ਮੈਂ ਫਿਰ ਰਿਪੀਟ ਕਰ ਰਿਹਾ ਕਹਿੰਦਾ ਜੀ ਜੇ ਬੋਡੀ ਦਾ weight ਪਹਿਲੀ ਕੰਡੀਸ਼ਨ ਜੇ ਬੋਡੀ ਦਾ weight ਜਿਹੜਾ ਵਾ ਉਹ ਅਪ ਥ੍ਰਸਟ ਤੋਂ ਜ਼ਿਆਦਾ ਹੋਇਆ ਹਨਾ ਫਿਰ ਬੋਡੀ ਦੇ ਉੱਤੇ ਡਾਊਨਵਰਡ ਫੋਰਸ ਲੱਗਦੀ ਜਾਏਗੀ ਤੇ ਜੇ ਡਾਊਨਵਰਡ ਫੋਰਸ ਲੱਗਦੀ ਜਾਏਗੀ ਤੇ ਕਹਿੰਦਾ ਜੀ ਬੋਡੀ ਸਿੰਕ ਕਰ ਜਾਏਗੀ ਤੇ ਜੇ ਮੇਰੇ ਕੋਲ ਬੋਡੀ ਦੇ weight ਨਾਲੋਂ ਅਪ ਥ੍ਰਸਟ ਜ਼ਿਆਦਾ ਹੋਈ ਤੇ ਕੀ ਹੋਏਗਾ ਜਿੱਦਾਂ ਜਿੱਦਾਂ ਬੋਡੀ ਬਾਹਰ ਨਿਕਲਦੀ ਜਾ ਰਹੀ ਆ ਤੇ ਇਮਰਸਡ ਪਾਰਟ ਦਾ ਵੋਲਿਊਮ ਘਟਦਾ ਜਾਏਗਾ Yes, sir. ਤੇ ਜੇ Yes, ਇਮਰਸਡ sir. ਦਾ ਵੋਲਿਊਮ ਮੇਰੇ ਕੋਲ ਘਟਦਾ ਜਾਏਗਾ ਤੇ ਅਸੀਂ ਇੱਥੇ ਵਰਡ ਯੂਜ਼ ਕੀਤਾ ਕਿ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਸੇਮ ਹੋਣਾ ਜਿੰਨਾ ਇਮਰਸਡ ਪਾਰਟ ਦਾ ਵੋਲਿਊਮ ਆ ਤੇ ਇਹਦਾ ਮਤਲਬ ਜਦੋਂ ਮੇਰੇ ਕੋਲ ਬੋਡੀ ਜਿਹੜੀ ਹੋਏਗੀ ਇਹ ਬਾਹਰ ਨਿਕਲਦੀ ਆਏਗੀ ਤੇ ਇਹਦਾ ਮਤਲਬ ਜੇ ਇਮਰਸਡ ਪਾਰਟ ਦਾ ਵੋਲਿਊਮ ਮੇਰੇ ਕੋਲ ਜਿਹੜਾ ਵਾ ਹਨਾ ਉਹ ਰਿਡਿਊਸ ਹੋ ਰਿਹਾ ਤੇ ਇਹਦਾ ਮਤਲਬ ਡਿਸਪਲੇਸਡ ਲਿਕੁਇਡ ਦਾ ਵੋਲਿਊਮ ਵੀ ਘਟਦਾ ਪਿਆ
ਤੇ ਡਿਸਪਲੇਸਡ ਲਿਕੁਇਡ ਦੇ ਵੋਲਿਊਮ ਦੇ ਰਿਡਿਊਸ ਹੋਣ ਦਾ ਮਤਲਬ ਆ ਜਿਹੜੀ ਆ ਮੇਰੇ ਕੋਲ ਅਪ ਥਰਸਟ ਬਣਦੀ ਪਈ ਆ, ਇਹਦਾ ਮਤਲਬ ਇਹ ਵੀ ਘਟਦੀ ਜਾਊ। Yes, sir. ਤੇ ਜੇ ਮੇਰੀ ਇਹ ਅਪ ਥਰਸਟ ਉੱਪਰ ਜਾਂਦੇ ਘਟਦੀ ਜਾ ਰਹੀ, ਇੱਕ ਸਟੇਜ ਤੇ ਆ ਕੇ ਇਹ ਅਪ ਥਰਸਟ ਓਨੀ ਬਣ ਜਾਏਗੀ ਜਿੰਨਾ ਬਾਡੀ ਦਾ weight ਹੋਏਗਾ। weight ਤਾਂ ਫਿਕਸ ਆ, ਇਹਦਾ ਮਤਲਬ mg ਵਾਲੀ ਟਰਮ ਮੇਰੀ ਫਿਕਸ ਆ, ਜਿਹੜਾ ਮੇਰਾ ਆ ਬਾਡੀ ਦਾ weight ਆ ਇਹ ਮੇਰਾ ਫਿਕਸ ਆ, ਪਰ ਇਹਦੇ ਵਿੱਚੋਂ ਜਿਹੜਾ ਆ mg ਪੋਰਸ਼ਨ ਆ ਹਨਾ, ਜਦੋਂ ਇਹ ਮੇਰੇ ਕੋਲ ਐਸ ਸੱਚ ਡਿਫਰੈਂਸ ਨੂੰ ਰਿਡਿਊਸ ਕਰਦੇ ਕਿਸੇ ਇੱਕ ਪੁਆਇੰਟ ਤੇ ਨੇ ਜ਼ੀਰੋ ਕਰ ਲਿਆ, ਤੇ ਇਟ ਮੀਨਸ ਬਾਡੀ ਵਿਲ ਫਲੋਟ ਕਹਿੰਦਾ ਜੀ ਐਟ ਦਾ ਸੇਮ ਪੋਜੀਸ਼ਨ। ਇਹਦਾ ਮਤਲਬ ਮੇਰੀ ਬਾਡੀ ਜੇ ਐਸ ਸੱਚ ਸਰਫੇਸ ਦੇ ਉੱਤੇ ਆ ਗਈ, ਠੀਕ ਹੈ, ਤੇ ਉੱਥੇ ਆ ਕੇ ਫਲੋਟ ਕਰਦੀ ਪਈ ਆ, ਤੇ ਇਹਦਾ ਮਤਲਬ ਇਕੁਇਲਿਬਰੀਅਮ ਦੀ ਕੰਡੀਸ਼ਨ ਸਰਫੇਸ ਤੇ ਬਣੀ ਆ। ਔਰ ਜੇ ਮੇਰੇ ਕੋਲ ਇਹਦਾ ਕੁਝ ਪਾਰਟ ਅੰਦਰ ਹੀ ਇਮਰਸ ਰਹਿ ਗਿਆ ਜਦੋਂ ਇਹ ਫਲੋਟ ਕਰਦੀ ਪਈ ਆ, ਤੇ ਇਹਦਾ ਮਤਲਬ ਆ ਇਸ ਮੂਵਮੈਂਟ ਦੇ ਉੱਤੇ ਇਸ ਪੋਜੀਸ਼ਨ ਤੇ ਲਿਕੁਇਡ ਦੇ ਅੰਦਰ ਮੇਰਾ ਇਕੁਇਲਿਬਰੀਅਮ ਐਸਟੈਬਲਿਸ਼ ਹੋ ਗਿਆ। ਠੀਕ ਹੈ, ਉਹਨੂੰ ਆਪਾਂ ਜਨਰਲਾਈਜ਼ ਵੇ ਨਾਲ ਇਹ ਬੋਲਦੇ ਨੇ ਜਿੱਥੇ ਬਾਡੀ ਦਾ weight ਜਿਹੜਾ ਵਾ ਉਹ ਤੁਹਾਡੀ ਅਪ ਥਰਸਟ ਨਾਲ ਬੈਲੈਂਸ ਹੋਏਗਾ, ਉੱਥੇ ਬਾਡੀ ਨੇ ਫਲੋਟ ਕਰਨਾ। ਜਦੋਂ ਪਹਿਲਾ ਕੇਸ ਲਿੱਤਾ ਉਹ ਚ ਬਾਡੀ ਦਾ weight ਹੀ ਬਹੁਤ ਜ਼ਿਆਦਾ ਸੀ, ਠੀਕ ਹੈ ਜੀ, ਅਪ ਥਰਸਟ ਬਹੁਤ ਥੋੜੀ ਸੀ, ਇਸ ਲਈ ਬਾਡੀ ਡਾਊਨ ਜਾਂਦੀ ਚਲੇਗੀ, ਅਲਟੀਮੇਟਲੀ ਸਰਫੇਸ ਮਿਲ ਗਈ, ਉੱਥੇ ਜਾ ਕੇ ਕਹਿੰਦਾ ਜੀ ਉਹ ਟਿਕ ਗਈ, ਇਸ ਲਈ ਅਸੀਂ ਕਹਿੰਦੇ ਬਾਡੀ ਸਿੰਕ ਕਰ ਗਈ। ਦੂਜਾ ਕੇਸ ਇਹ ਆ ਕਿ ਵੀ ਜਦੋਂ ਬਾਡੀ ਦੇ weight ਨਾਲੋਂ ਅਪ ਥਰਸਟ ਵਧੀ ਆ, ਉਹਨੇ ਬਾਡੀ ਨੂੰ ਉੱਪਰ ਕੱਢੀ ਜਾਣਾ, ਔਰ ਜੇ ਇਹ ਸਾਰਾ ਕੰਮ ਕਰਦੇ ਬਾਡੀ ਲਿਕੁਇਡ ਦੀ ਸਰਫੇਸ ਤੇ ਆ ਗਈ, ਤਾਂ ਇਸ ਤੋਂ ਉੱਪਰ ਜੇਕਰ ਮੈਂ ਲਵਾਂ ਆ ਹਵਾ ਚ ਆ ਗਈ, ਲਿਕੁਇਡ ਦੀ ਅਪ ਥਰਸਟ ਖਤਮ ਹੋ ਗਈ, ਤੇ ਜੇ ਲਿਕੁਇਡ ਦੀ ਅਪ ਥਰਸਟ ਦਾ ਕਨਸੈਪਟ ਹੀ ਖਤਮ ਹੋ ਗਿਆ, ਤੇ ਇਹਦਾ ਮਤਲਬ ਬਾਡੀ ਇਸ ਤੋਂ ਉੱਪਰ ਤੋਂ ਚੁੱਕ ਕੇ ਸੁੱਟਣ ਹੋ ਰਿਹਾ। ਇਹਨੀ ਗੱਲ ਕਲੀਅਰ ਆ? Yes, sir. Yes, sir. ਇਸ ਲਈ ਫਿਰ ਇਸ ਤੋਂ ਉੱਪਰ ਤੇ 에ਅਰ ਦੀ ਅਪ ਥਰਸਟ ਆਈ ਨਾ, ਲਿਕੁਇਡ ਦੀ ਅਪ ਥਰਸਟ ਤਾਂ ਖਤਮ ਹੋ ਗਈ, ਮਤਲਬ ਬਾਡੀ ਜਿਹੜੀ ਆ ਲਿਕੁਇਡ ਦੀ ਸਰਫੇਸ ਤੇ ਆ ਕੇ ਰੁਕ ਜਾਏਗੀ। ਤੇ ਜੇ ਇਹ ਕੰਡੀਸ਼ਨ ਇਸ ਤੋਂ ਪਹਿਲਾਂ ਵਿੱਚ ਵਿਚਾਲੇ ਕਿਤੇ ਬਣ ਗਈ, ਜਦੋਂ ਬਾਡੀ ਇਮਰਸ ਕੀਤੀ ਸੀ, ਅਸੀਂ ਕਹਿੰਦੇ ਜੀ ਉਸ ਵੇਲੇ ਅਪ ਥਰਸਟ ਤੇ weight ਆਫ ਦਾ ਬਾਡੀ ਉੱਤੇ ਕਿਤੇ ਬੈਲੈਂਸ ਆ, ਤੇ ਬਾਡੀ ਐਟ ਦਾ ਸੇਮ ਪੋਜੀਸ਼ਨ ਜਿਹੜੀ ਕਹਿੰਦਾ ਜੀ ਉਸ ਥਾਂ ਤੇ ਫਲੋਟ ਕਰੇਗੀ। ਸੋ ਇਹ ਤਿੰਨ ਕੰਡੀਸ਼ਨ ਅਸੀਂ ਲੈ ਲੈਨੇ। ਜੇ ਬਾਡੀ ਦਾ weight ਐਕਚੁਅਲ weight ਬਾਡੀ ਦਾ weight ਅਪ ਥਰਸਟ ਤੋਂ ਜ਼ਿਆਦਾ, ਬਾਡੀ ਸਿੰਕ ਕਰ ਜਾਏਗੀ। ਜੇ ਅਪ ਥਰਸਟ ਜ਼ਿਆਦਾ ਤੇ ਬਾਡੀ ਸਰਫੇਸ ਤੇ ਆ ਕੇ ਫਲੋਟ ਕਰੇਗੀ। ਤੇ ਜੇ ਮੇਰੇ ਕੋਲ ਐਸ ਸੱਚ ਦੋਨੋਂ ਚੀਜ਼ਾਂ ਪਹਿਲਾਂ ਹੀ ਇਕੁਅਲ ਹੈਗੀਆਂ, ਤੇ ਬਾਡੀ ਐਟ ਦਾ ਸੇਮ ਪੋਜੀਸ਼ਨ ਜਿਹੜੀ ਲਿਕੁਇਡ ਦੇ ਅੰਦਰ ਕਹਿੰਦਾ ਜੀ ਫਲੋਟ ਕਰੇਗੀ, ਜਿੱਥੇ ਉਹਦਾ ਇਕੁਇਲਿਬਰੀਅਮ ਮੇਨਟੇਨ ਹੈਗਾ। ਇਹਨੀ ਗੱਲ ਕਲੀਅਰ ਆ? Yes, sir. Yes, sir. Yes, sir. Sir. ਓਏ ਹੈਗੇ ਸਾਰੇ ਨਿਆਣੇ? Yes, sir. Yes, sir. Yes, sir. Yes, sir. Yes, sir. ਠੀਕ ਹੈ, Yes, sir. ਓਕੇ ਜੀ। ਯੁਵਰਾਜ ਸਿੰਘ ਜੀ ਸਮਝ ਲੱਗ ਰਿਹਾ? Yes, sir. ਓਕੇ ਚਲੋ। ਸੋ ਇਹ ਐਸ ਐਚ ਮੇਰੇ ਕੋਲ ਉਹਦੀ ਕਹਿੰਦਾ ਜੀ ਉਹਨੇ ਕੰਡੀਸ਼ਨਸ ਦਿੱਤੀਆਂ ਹੋਈਆਂ ਇਕੁਇਲਿਬਰੀਅਮ ਆਫ ਫਲੋਟਿੰਗ ਬਾਡੀ ਦੇ ਅੰਦਰ ਹੀ। ਇਕੁਇਲਿਬਰੀਅਮ ਚ ਜੀਵਨ ਇਹੀ ਬੇਟਾ ਉਹਨੇ ਐਸੇ ਤੁਹਾਡੇ ਕੋਲ ਕੰਡੀਸ਼ਨ ਦਿੱਤੀਆਂ, ਬਾਡੀ ਜਿਹੜੀ ਆ ਲਿਕੁਇਡ ਦੇ ਅੰਦਰ ਕਦੋਂ ਫਲੋਟ ਕਰਦੀ ਆ, ਬਾਡੀ ਲਿਕੁਇਡ ਦੇ ਅੰਦਰ ਕਦੋਂ ਸਿੰਕ ਕਰਦੀ ਆ, ਬਾਡੀ ਲਿਕੁਇਡ ਦੇ ਕਹਿੰਦਾ ਜੀ ਸਰਫੇਸ ਤੇ ਕਦੋਂ ਆ ਜਾਂਦੀ। ਉਹਨੂੰ ਤੁਸੀਂ weight ਦੇ ਨਾਲ ਜਾਂ ਉਹਨੂੰ ਤੁਸੀਂ ਐਸ ਐਚ ਕਹਿੰਦਾ ਜੀ ਡੈਂਸਿਟੀ ਆਫ ਬਾਡੀ ਤੇ ਡੈਂਸਿਟੀ ਆਫ ਲਿਕੁਇਡ ਦੇ ਨਾਲ, ਦੋਨਾਂ ਚੋਂ ਕਿਸੇ ਵੀ ਕੰਡੀਸ਼ਨ ਨਾਲ ਜਸਟੀਫਾਈ ਕਰਦੇ ਹੋ। ਹੁਣ ਉੱਥੇ ਜਾ ਕੇ ਜਿੱਥੇ ਤੁਸੀਂ ਉਹਨੂੰ ਪੜਿਆ, ਉਹਨੇ ਇੱਕ ਵਰਡ ਯੂਜ਼ ਕਰ ਲਿਆ ਸੈਂਟਰ ਆਫ ਬਾਇਓਂਸੀ। ਆਪਾਂ ਜਿਹਨੂੰ ਅਪ ਥਰਸਟ ਕਹਿੰਦੇ ਪਏ, ਇਹਦਾ ਦੂਜਾ ਨਾਮ ਰੱਖੇ ਤੈਨੂੰ ਅਸੀਂ ਬਾਇੰਟ ਫੋਰਸ ਵੀ ਕਹਿੰਦੇ ਆ। ਉਹ ਕਹਿੰਦਾ ਜੀ ਜਿਹੜੀ ਕੋਈ ਵੀ ਬਾਡੀ ਹੈ ਨਾ, ਜਿੱਥੇ ਇਹਦਾ ਸੈਂਟਰ ਆਫ ਬਾਇਓਂਸੀ ਹੋਏਗਾ, ਮਤਲਬ ਜਿਹੜੇ ਪੁਆਇੰਟ ਤੇ ਅਪ ਥਰਸਟ ਐਕਟ ਕਰਦੀ ਆ, ਤੇ ਜਿੱਥੇ ਮੇਰੇ ਕੋਲ ਬਾਡੀ ਦਾ weight ਬੈਲੈਂਸ ਹੋਏਗਾ। ਬਾਡੀ ਦਾ weight ਕਿੱਥੇ ਬੈਲੈਂਸ ਹੁੰਦਾ, ਉਹਨੂੰ ਅਸੀਂ ਸੈਂਟਰ ਆਫ ਗ੍ਰੈਵਿਟੀ ਕਹਿੰਦੇ ਆ। ਯਾਨੀ ਅਸੀਂ ਦੋ ਪੁਆਇੰਟ ਉੱਥੇ ਡਿਫਾਈਨ ਕਰ ਲਏ, ਇੱਕ ਸੈਂਟਰ ਆਫ ਗ੍ਰੈਵਿਟੀ, ਇੱਕ ਸੈਂਟਰ ਆਫ ਬਾਇਓਂਸੀ। ਜਿੱਥੇ ਬਾਡੀ ਦਾ weight ਲਾਈ ਕਰਦਾ ਉਹ ਸੈਂਟਰ ਆਫ ਗ੍ਰੈਵਿਟੀ ਆ ਗਿਆ। ਜਿੱਥੇ ਬਾਡੀ ਦਾ ਮੇਰੇ ਕੋਲ ਐਸ ਐਚ ਅਪ ਥਰਸਟ ਜਿਹੜੀ ਆ ਉਹ ਕਿਸੇ ਪੁਆਇੰਟ ਤੇ ਐਕਟ ਕਰਦੀ ਆ, ਉਹ ਮੇਰਾ ਬਾਇੰਟ ਫੋਰਸ ਦਾ ਸੈਂਟਰ ਆ ਗਿਆ। ਕਿ ਇੰਨੀ ਗੱਲ ਕਲੀਅਰ ਆ? Yes, sir. ਜੀਵਨ Clear, sir. ਠੀਕ ਹੈ ਜੀ। ਸੋ ਹੁਣ ਇੱਕ ਵਾਰੀ ਇਹਨੂੰ ਪੜ੍ਹਿਓ, ਇਹ ਕੰਡੀਸ਼ਨਸ ਤੁਹਾਨੂੰ ਕਲੀਅਰ ਹੋ ਜਾਣਗੀਆਂ ਕਿ ਸੈਂਟਰ ਆਫ ਬਾਇਓਂਸੀ ਜਿਹੜਾ ਵਾ ਤੇ ਸੈਂਟਰ ਆਫ ਗ੍ਰੈਵਿਟੀ ਜਿਹੜੇ ਆ ਉਹ ਬਾਡੀ ਦੇ ਸੇਮ ਪੁਆਇੰਟ ਤੇ ਆ, ਕਿ ਸੈਂਟਰ ਆਫ ਗ੍ਰੈਵਿਟੀ ਅਪਵਰਡ ਆ ਤੇ ਬਾਇਓਂਸੀ ਦਾ ਪੁਆਇੰਟ ਡਾਊਨਵਰਡ ਆ, ਕਿ ਬਾਇਓਂਸੀ ਦਾ ਪੁਆਇੰਟ ਅਪਵਰਡ ਆ ਕਿ ਮੇਰੇ ਕੋਲ ਗ੍ਰੈਵਿਟੀ ਦਾ ਪੁਆਇੰਟ ਡਾਊਨਵਰਡ। ਇਹ ਇਕੁਇਲਿਬਰੀਅਮ ਨੂੰ ਡਿਸਾਈਡ ਕਰਨ ਦੀਆਂ ਕੰਡੀਸ਼ਨਸ ਨੇ। ਕਿਆ ਹੋ ਜੂ ਇੰਨਾ ਕੰਮ? Yes, sir. Yes, sir. Sir. ਹੁਣ ਇਸ ਤੋਂ ਬਾਅਦ ਬੇਟਾ ਜੇ ਆਪਾਂ ਗੱਲ ਕੰਟੀਨਿਊ ਕਰੀਏ, ਤੇ ਇੱਥੇ ਤੱਕ ਤੇ ਆਪਣੇ ਕੋਲ ਸਾਰਾ ਜਿਹੜਾ ਸੀਗਾ ਉਹ ਲਿਕੁਇਡ ਐਟ ਰੈਸਟ ਦਾ ਪਹਿਲਾ ਪਾਰਟ ਬਣਿਆ ਵਾ।
इस तो बाद अपना टॉपिक जिहड़ा वा वो चेंज हो जाना, ठीक है। ते अपने को नेक्स्ट पार्ट सारे दा सारा चैप्टर दा जिहड़ा वो एक टर्म दे उत्ते डिपेंडेंट हो जाएगा एंड द टर्म इज टू बी कॉल्ड एज अ सरफेस टेंशन। केमिस्ट्री च पढ़ चुके हो तुसीं सरफेस टेंशन, सिर्फ ਉਹਦੀ इंट्रो ही लैनी मैं अज, ठीक है जी। उस तो बाद आपां अगे कंटिन्यू कल नूं करांगे। सरफेस टेंशन की हुंदी है पुछना वा, ठीक है जी, ते तुसीं दसना वा। केमिस्ट्री च पढ़िया सरफेस टेंशन? हाँ ना? ਸਰ ਸਿਰਫ ਡੈਫੀਨੇਸ਼ਨ ਸੀਗੀ ਉੱਥੇ, ਐਕਸਪਲੇਨ ਦੇ ਵਿੱਚ ਨਹੀਂ ਕੁਝ ਕੀਤਾ ਸੀਗਾ। कली डेफिनेशन सी। चलो जे किसी नूं डेफिनेशन याद होवे या ਉਹਦਾ मीनिंग याद होवे ਉਹ डिफाइन करो। देखो इन्ने जाने बैठे हो, कोई एक अच्छा चलो नहीं जी, सुनो ध्यान ना फिरो। जिन्ना अगला चैप्टर आएगा उस मेन टर्म एक रहेगी सरफेस टेंशन। मैं एक एग्जांपल कोड करदा, ਉਹਦਾ आंसर जे पता होवे तो बोलो, ठीक है जी। उस तो ਆਪਾਂ ਗੱਲ ਸ਼ੁਰੂ ਕਰਾਂਗੇ। लिक्विड ड्रॉप, रेन ड्रॉप्स आ ਜਿਹੜੇ दे आर ऑलवेज स्फेरिकल इन शेप। वो ट्रायंगुलर, रेक्टेंगुलर, क्यूबिकल ਇਹਨਾਂ शेप ਚ क्यों नहीं डिगदे? है आइडिया? वो तो हाँ ना जरूर करो, ठीक है। मैं इधरों बैठा बोलिए ना तुसी। सर रिपीट कर दो ਤੁਸੀਂ ਕੀ ਕਿਹਾ? लड़े मैं ये क्या बेटा कि भी जेडे रेन ड्रॉप्स ने वो स्फेरिकल शेप च क्यों हुंदे आ, ठीक है। वो क्यूबिकल मेरे को जेडी शेप है, रेक्टेंगुलर शेप है, इना शेप च क्यों नहीं हुंदे? ਸਰ ਤਾਂ ਧੋਣਾ ਵਾ ਤੇ ਜੇ ਮੈਂ ਉਹ ਕੱਪੜਿਆਂ ਨੂੰ ਧੋਣ ਲੱਗੇ ਸਿਰਫ ਪਾਣੀ ਲੈ ਕੇ ਧੋਵਾਂ ਤੇ ਜੇ ਦੂਜੀ ਵਾਰੀ ਮੈਂ ਸਾਬਣ ਲੈ ਕੇ ਧੋਵਾਂ, ਕਿਚ ਮੇਰੇ ਕੋਲ ਧੋਣਾ ਸੌਖਾ ਵਾ? ਸਾਬਣ ਵਾਲੇ ਪਾਣੀ ਨਾਲ ਜਾਂ ਆਰਡੀਨਰੀ ਵਾਟਰ ਨਾਲ? ਸਰ ਸੋਪ ਵਾਲੇ ਸਾਬਣ ਵਾਲਾ ਪਾਣੀ। क्यों सोप वाले वाटर ना मैनू वो कपड़े धोने सौखे आ? दसेगा कोई जना? जे उत्थे भी कंसैप्ट लाइए ना, उत्थे एक लाइन पढ़ी हुई है 10th विच, जिन्हें भी कोई रेफरेंस बुक पढ़ी होएगी, टू रिड्यूस द सरफेस टेंशन, टू रिड्यूस द सरफेस टेंशन ऑफ द डर्ट, कहना जी वी आर ऑलवेज टू बी क्लीन द क्लॉथ, कहना जी इन द, कहना जी सोप सोल्यूशन। ਹੁਣ ਇਹ ਸਾਰੀਆਂ ਚੀਜ਼ਾਂ ਕਿੱਦਾਂ ਜੋੜੀਏ ਆਪਾਂ? ਉਹਦੇ ਲਈ ਆਪਣੇ ਕੋਲ ਐਸਾ ਚ ਇੱਕ ਟਰਮ ਲੈਣ ਲੱਗੇ ਆਪਾਂ, ਸਰਫੇਸ ਟੈਂਸ਼ਨ। ਕਹਿੰਦਾ ਪੁੱਤ ਸਰਫੇਸ ਟੈਂਸ਼ਨ ਇਜ਼ ਦਾ ਪ੍ਰੋਪਰਟੀ ਆਫ ਲਿਕੁਇਡ। ਹੁਣ ਡੈਫੀਨੇਸ਼ਨ ਇੱਕ ਵਾਰੀ ਉਹਦੀ ਪਹਿਲਾਂ ਧਿਆਨ ਨਾਲ ਸਮਝਿਓ, ਫਿਰ ਆਪਾਂ ਇਹਦੇ ਵਿੱਚੋਂ ਵਰਡ ਚੁੱਕ ਕੇ ਇਹਦੇ ਮੀਨ ਐਕਸਪਲੇਨ ਕਰਨੇ ਆ। ਇਟ ਇਜ਼ ਦਾ ਪ੍ਰੋਪਰਟੀ ਆਫ ਦ ਲਿਕੁਇਡ ਡਿਊ ਟੂ ਵਿਚ ਲਿਕੁਇਡ ਸਰਫੇਸ ਵਿਲ ਆਲਵੇਜ਼ ਬਿਹੇਵ ਲਾਈਕ ਏ ਸਟ੍ਰੈਚਡ ਮੈਮਬ੍ਰੇਨ। ਸਟ੍ਰੈਚਡ ਮੈਮਬ੍ਰੇਨ ਦੀ ਐਗਜ਼ਾਮਪਲ ਦਵਾਂ ਕਿ ਵੀ ਅਸੀਂ ਕਹਿੰਦੇ ਜੀ ਲਿਕੁਇਡ ਦੀ ਜਿਸ ਪ੍ਰੋਪਰਟੀ ਦੇ ਕਰਕੇ ਲਿਕੁਇਡ ਦੀ ਸਰਫੇਸ, ਪਹਿਲਾ ਵਰਡ ਤੇ ਇਥੋਂ ਲੈ ਲਓ ਕਿ ਜਿਹੜੀ ਸਰਫੇਸ ਟੈਂਸ਼ਨ ਪ੍ਰੋਪਰਟੀ ਆ ਇਹ ਐਂਟਾਇਰ ਲਿਕੁਇਡ ਦੀ ਨਹੀਂ ਹੋਏਗੀ। ਸਰਫੇਸ ਟੈਂਸ਼ਨ ਪ੍ਰੋਪਰਟੀ ਇਜ਼ ਦਾ ਪ੍ਰੋਪਰਟੀ ਆਫ ਲਿਕੁਇਡ ਐਟ ਸਰਫੇਸ। ਜਿਹੜੇ ਲਿਕੁਇਡ ਦੇ ਮੋਲੀਕਿਊਲ ਲਿਕੁਇਡ ਦੀ ਸਰਫੇਸ ਤੇ ਬੈਠੇ ਆ ਉਹ ਆਪਣੀ ਇਸ ਪ੍ਰੋਪਰਟੀ ਦੇ ਕਰਕੇ ਲਿਕੁਇਡ ਦੀ ਸਰਫੇਸ ਨੂੰ ਇੱਕ ਮੈਮਬ੍ਰੇਨ ਦੀ ਤਰ੍ਹਾਂ ਬਣਾਉਂਦੇ ਆ, ठीक है। कादे लिए बनाते आ, कादे वास्ते बनाते ओदी गल अगे जाके जोड़ांगा, बट लिक्विड दी सरफेस जिहड़ी आ वो एक मैमब्रेन दी तरह बिहेव करदी आ। मैमब्रेन नू एग्जांपलीफाई करा ते आपां इदां कह दिंदे जिद्दां दुध दे उत्ते मलाई आ जांदी ते जिहड़ी वो मलाई आ वो एक तरह दुध दे उत्ते एक मैमब्रेन बनदी बेटा। Yes, sir. यस इसे तरह ही ਅਸੀਂ ਮੰਨ ਕੇ ਚੱਲਦੇ ਆ ਕਿ ਜਿਹੜਾ ਲਿਕੁਇਡ ਕੋਈ ਵੀ ਲਵਾਂ ਨਾ, ਲਿਕੁਇਡ ਦੀ ਸਰਫੇਸ ਆਪਣੇ ਆਪ ਚ ਇੱਕ ਮੈਮਬ੍ਰੇਨ ਦੀ ਤਰ੍ਹਾਂ ਬਿਹੇਵ ਕਰਦੀ ਆ। ਕਹਿੰਦਾ ਜੀ ਉਹਦਾ ਕਾਜ਼ ਆ, ਕਾਜ਼ ਉਹਦਾ ਫਿਰ ਆਪਾਂ ਕਿੱਥੇ ਜਾ ਕੇ ਡੀਲ ਕਰਾਂਗੇ, ਕਿੱਥੇ ਜਾ ਕੇ ਲਿੰਕ ਕਰਾਂਗੇ? ਅਗੇਨ ਇਟ ਲਿੰਕ ਵਿਦ ਦ ਸਟੇਬਿਲਿਟੀ ਆਫ ਦ ਸਰਫੇਸ। ਇਹਦਾ ਮਤਲਬ ਲਿਕੁਇਡ ਆਪਣੀ ਸਰਫੇਸ ਨੂੰ ਸਟੇਬਲ ਕਰਨ ਵਾਸਤੇ, ਠੀਕ ਹੈ, ਲਿਕੁਇਡ ਆਪਣੀ ਸਰਫੇਸ ਨੂੰ ਸਟੇਬਲ ਕਰਨ ਵਾਸਤੇ ਹਮੇਸ਼ਾ ਇੱਕ ਮੈਮਬ੍ਰੇਨ ਦੀ ਤਰ੍ਹਾਂ ਕਹਿੰਦਾ ਜੀ ਲਿਕੁਇਡ ਦੀ ਸਰਫੇਸ ਬਣਾ ਦਿੰਦੇ ਆ। ਔਰ ਜਿਹੜੀ ਲਿਕੁਇਡ ਦੀ ਪ੍ਰੋਪਰਟੀ ਕਰਕੇ ਉਹ ਲਿਕੁਇਡ ਦੀ ਸਰਫੇਸ ਨੂੰ ਇੱਕ ਮੈਮਬ੍ਰੇਨ ਦੀ ਤਰ੍ਹਾਂ ਬਣਾਉਂਦੇ ਆ, ਉਸ ਲਿਕੁਇਡ ਦੀ ਪ੍ਰੋਪਰਟੀ ਦਾ ਨਾਮ ਸਰਫੇਸ ਟੈਂਸ਼ਨ ਆ। ਮੈਂ ਦੁਬਾਰਾ ਉਹਦੀ ਡੈਫੀਨੇਸ਼ਨ ਚ ਆ ਰਿਹਾ। ਇਟ ਇਜ਼ ਦਾ ਪ੍ਰੋਪਰਟੀ ਆਫ ਦਾ ਲਿਕੁਇਡ, it is a property of the liquid due to which liquid surface will always behave like a stretched membrane, ठीक है, so as to acquire the minimum surface area। ਜਿਹੜਾ ਐਸਾ ਚ ਮਨਨ ਨੇ ਆਨਸਰ ਬੋਲਿਆ ਰੇਨ ਡ੍ਰੌਪ ਸਫੈਰਿਕਲ, ਕਿਉਂ? ਕਿਉਂਕਿ ਮਿਨੀਮਮ ਸਰਫੇਸ ਏਰੀਆ। ਉਹੀ ਸੇਮ ਵਰਡ ਐਡ ਕਰਦਾ ਪਿਆ ਕਿ ਲਿਕੁਇਡ ਆਪਣੀ ਸਰਫੇਸ ਨੂੰ ਇੱਕ ਮੈਮਬ੍ਰੇਨ ਤਰ੍ਹਾਂ ਸ਼ੋ ਆਫ ਕਰਦੇ ਆ।
ਜਿਹਦੇ ਕਰਕੇ ਲਿਕੁਇਡ ਦੀ ਜਿਹੜੀ ਸਰਫੇਸ ਹੋਏਗੀ ਉਹਦਾ ਸਰਫੇਸ ਏਰੀਆ ਮਿਨੀਮਮ ਹੋ ਜਾਏ। ਇਹਦਾ ਮਤਲਬ ਦੂਜੇ ਪਾਸੇ ਮੈਂ ਸਟੇਬਿਲਿਟੀ ਦੀ ਗੱਲ ਕੀਤੀ, ਇਹਦਾ ਮਤਲਬ ਉਹ ਮਿਨੀਮਮ ਸਰਫੇਸ ਏਰੀਆ ਕਿਤੇ ਨਾ ਕਿਤੇ ਲਿਕੁਇਡ ਦੀ ਸਰਫੇਸ ਦੀ ਸਟੇਬਿਲਿਟੀ ਦੇ ਨਾਲ ਲਿੰਕ ਆ। ਕਿ ਇੰਨੀ ਗੱਲ ਸਮਝ ਲੱਗਦੀ ਵੀ ਪੁੱਤ? ਯੈਸ ਸਰ। Yes, sir. ਪੂਰੀ Yes, sir. ਜੋ ਬੋਲ ਕੇ ਹਟਿਆ ਉਹਨੂੰ ਦੁਬਾਰਾ ਬੋਲ ਰਿਹਾ, ਕੋਸ਼ਿਸ਼ ਕਰੋ ਉਹਦੇ ਵਰਡ ਨੂੰ ਪਕੜਨ ਦੀ ਕਿ ਵੀ ਆਪਣੀ ਟਰਮ ਦੇ ਅੰਦਰ ਪਿਆ ਕੀ ਹੈ। ਕਹਿੰਦਾ ਜਿਹੜੀ ਦਾ ਪ੍ਰੋਪਰਟੀ ਆਫ ਦਾ ਲਿਕੁਇਡ due to which liquid surface always behave like a stretched membrane so as to acquire the minimum surface area and to acquire the maximum stability। ਇਹ ਮੈਂ ਵਰਡ ਆਪਣੇ ਕੋਲੋਂ ਪਾਏ ਆ, ਠੀਕ ਹੈ ਜੀ। ਇਹਦਾ ਮਤਲਬ ਲਿਕੁਇਡ ਦੇ ਸਰਫੇਸ ਨੇ ਇੱਕ ਮੈਮਬ੍ਰੇਨ ਬਣਨਾ, ਇਸ ਲਈ ਬਣਨਾ ਤਾਂ ਕਿ ਉਹ ਆਪਣਾ ਸਰਫੇਸ ਏਰੀਆ ਰਿਡਿਊਸ ਕਰ ਪਾਵੇ। ਸਰਫੇਸ ਏਰੀਆ ਰਿਡਿਊਸ ਕਿਉਂ ਕਰ ਪਾਵੇ ਉਹਦੀ ਗੱਲ ਅੱਗੇ ਜਾ ਕੇ ਟੌਪਿਕ ਪੜਾਂਗੇ। ਟੌਪਿਕ ਦਾ ਨਾਮ ਆ ਮੋਲੀਕੂਲਰ ਥਿਊਰੀ ਆਫ ਸਰਫੇਸ ਟੈਂਸ਼ਨ। ਉਹਦੇ ਚ ਆਪਾਂ ਇਹਨਾਂ ਵਰਡ ਨੂੰ ਲਵਾਂਗੇ। ਕਹਿੰਦਾ ਜੀ ਕਿਉਂਕਿ ਲਿਕੁਇਡ ਦੇ ਮੋਲੀਕਿਊਲ ਹਮੇਸ਼ਾ ਆਪਣੇ ਆਪ ਨੂੰ ਸਟੇਬਲ ਕਹਿੰਦਾ ਜੀ ਸਰਫੇਸ ਤੇ ਰੱਖਣਾ ਚਾਹ ਰਹੇ, ਸਟੇਬਲ ਰੱਖਣਾ ਚਾਹ ਰਹੇ, ਤੇ ਫਿਰ ਸਟੇਬਿਲਿਟੀ ਜਿਹੜੀ ਉਸ ਮੂਵਮੈਂਟ ਤੇ ਲਿਕੁਇਡ ਗੇਨ ਕਰਦਾ ਨਾ ਉਹ ਹਮੇਸ਼ਾ ਆਪਣੇ ਸਰਫੇਸ ਏਰੀਆ ਨੂੰ ਮਿਨੀਮਮ ਕਰਕੇ ਕਰਦਾ। ਤੇ ਸਰਫੇਸ ਏਰੀਆ ਨੂੰ ਮਿਨੀਮਮ ਕਰਨ ਲਈ ਉਹ ਲਿਕੁਇਡ ਦੇ ਜਿਹੜੇ ਮੋਲੀਕਿਊਲ ਸਰਫੇਸ ਤੇ ਪਏ ਨਾ ਉਹਨੂੰ ਅੰਦਰ ਨੂੰ ਖਿੱਚਦਾ ਵਾ। ਜਦੋਂ ਉਹ ਲਿਕੁਇਡ ਦੇ ਮੋਲੀਕਿਊਲ ਨੂੰ ਅੰਦਰ ਨੂੰ ਖਿੱਚਦਾ, ਅਸੀਂ ਕਹਿੰਦੇ ਜੀ ਲਿਕੁਇਡ ਦੀ ਸਰਫੇਸ ਤੇ ਟੈਂਸ਼ਨ ਬਿਲਟ ਅਪ ਹੋ ਰਹੀ ਆ, ਲਿਕੁਇਡ ਦੀ ਸਰਫੇਸ ਦੇ ਉੱਤੇ ਫੋਰਸ ਅੰਦਰ ਨੂੰ ਲੱਗਦੀ ਪਈ ਆ, ਜਿਹਦੇ ਕਰਕੇ ਉਹ ਆਪਣਾ ਸਰਫੇਸ ਏਰੀਆ ਜਿਹੜਾ ਵਾ ਉਹਨੂੰ ਮਿਨੀਮਮ ਕਰਨਾ ਚਾਹ ਰਿਹਾ। ਤੇ ਲਿਕੁਇਡ ਜਿਹੜੀ ਇਸ ਪ੍ਰਾਪਰਟੀ ਦੇ ਕਰਕੇ ਇਹ ਸਾਰਾ ਕੁਝ ਕਰਦਾ, ਅਸੀਂ ਉਸ ਲਿਕੁਇਡ ਦੀ ਪ੍ਰਾਪਰਟੀ ਦਾ ਨਾਮ ਸਰਫੇਸ ਟੈਂਸ਼ਨ ਰੱਖਦੇ ਹਾਂ। क्या इन्नी गल समझ लगी? Yes, sir. मैं सिर्फ और सिर्फ ओदी डेफिनेशन